ਸਤਿ ਸ਼੍ਰੀ ਅਕਾਲ ਜੀ ਪ੍ਰੀਤਨਾਮਾ ਦੇ ਸਾਰੇ ਦਰਸ਼ਕਾਂ ਨੂੰ। ਅੱਜ ਪ੍ਰੀਤਨਾਮਾ ਦਾ ਵਿਸ਼ਾ ਹੈ ਸਿੱਖ ਧਰਮ ਦੇ ਵਿੱਚ ਦਾਨ ਤੇ ਭੇਟਾ ਦੇ ਵਿੱਚ ਫਰਕ ਤੇ ਦਾਨ ਦੀ ਮਹੱਤਤਾ। ਇਸ ਵਿਸ਼ੇ ਦੇ ਉੱਪਰ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ ਨੇ ਸਰਦਾਰ ਦਲੇਰ ਸਿੰਘ ਜੀ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਰਿਚਮੰਡ ਹਿੱਲ ਨਿਊਯਾਰਕ ਤੋਂ, ਵੀਰ ਸਰਦਾਰ ਗੁਰਮੇਜ ਸਿੰਘ ਜੀ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਰਿਚਮੰਡ ਹਿੱਲ ਨਿਊਯਾਰਕ ਤੇ ਨਾਲ ਹੀ ਸਾਡੇ ਨਾਲ ਜੁੜੇ ਨੇ ਸਰਦਾਰ ਸੋਹਣ ਸਿੰਘ ਖਾਲਸਾ ਜੀ, ਜੋ ਇੱਕ ਇਤਿਹਾਸਕਾਰ ਦੇ ਵਜੋਂ ਜਾਣੇ ਜਾਂਦੇ ਨੇ ਤੇ ਇਤਿਹਾਸ ਦੇ ਬਾਰੇ ਹਰ ਰੋਜ਼ ਨਿਤ ਨਵੀਂ ਖੋਜ ਕਰਦੇ ਨੇ ਤੇ ਇਤਿਹਾਸ ਦੀ ਬਹੁਤ ਸਾਰੀ ਜਾਣਕਾਰੀ ਵੀ ਰੱਖਦੇ ਨੇ ਤੇ ਇੱਕ ਸਾਇੰਟਿਸਟ ਦੇ ਤੌਰ ਤੇ ਵੀ ਕੰਮ ਕਰਦੇ ਨੇ। ਇਹਦੇ ਨਾਲ ਹੀ ਸਾਡੇ ਨਾਲ ਨੈਸ਼ਨਲ ਇੰਟਰਨੈਸ਼ਨਲ ਨਿਊਜ਼ਪੇਪਰ ਲਈ ਕੰਮ ਕਰਦੇ ਗਗਨਦੀਪ ਅਬਰਾਏ ਜੀ ਪਟਿਆਲਾ ਤੋਂ ਜੁੜਨਗੇ ਥੋੜੀ ਦੇਰ ਤੱਕ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਆਪਣੇ ਸਿੱਖ ਧਰਮ ਦੇ ਵਿੱਚ ਦਾਨ ਦੀ ਕੀ ਮਹੱਤਤਾ ਹੈ। ਸਵਾਗਤ ਹੈ ਜੀ ਸਾਰਿਆਂ ਦਾ। ਗੁਰਮੇਜ ਸਿੰਘ ਵੀਰ ਜੀ ਆਫਲਾਈਨ ਹੋ ਗਏ ਸ਼ਾਇਦ, ਤੇ ਆਪਾਂ ਸਟਾਰਟਿੰਗ ਕਰਦੇ ਹਾਂ ਦਲੇਰ ਸਿੰਘ ਵੀਰ ਜੀ ਤੁਹਾਡੇ ਤੋਂ, ਤੇ ਤੁਸੀਂ ਦੱਸੋ ਕੁਝ ਰੋਸ਼ਨੀ ਪਾਓ ਇਸ ਵਿਸ਼ੇ ਦੇ ਉੱਪਰ ਕਿ ਸਿੱਖ ਧਰਮ ਦੇ ਵਿੱਚ ਦਾਨ ਤੇ ਭੇਟਾ ਦੇ ਵਿੱਚ ਕੀ ਫਰਕ ਹੈ ਤੇ ਕੀ ਮਹੱਤਤਾ ਹੈ। ਦੇਖੋ ਮੈਂ ਸਾਰੇ ਦਰਸ਼ਕਾਂ ਨੂੰ ਸਮਝਾਉਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ। ਹਾਂਜੀ ਭੈਣ ਜੀ, ਜਿਹੜਾ ਦਾਨ ਹੈ ਗੁਰਬਾਣੀ ਕਹਿੰਦਾ ਨਾ ਅਕਲੀ ਸਾਹਿਬ ਸੇਵੀਏ ਅਕਲੀ ਕੀਜੇ ਦਾਨ। ਦਾਨ ਜਿਹੜਾ ਦਾਨ ਦੀ ਬਹੁਤ ਵੱਡੀ ਮਹੱਤਤਾ ਹੈ। ਤਾਂ ਦਾਨ ਜਦੋਂ ਕਰਨਾ ਹੈ ਤੇ ਸੋਚ ਸਮਝ ਕੇ ਬੰਦੇ ਨੂੰ ਕਰਨਾ ਚਾਹੀਦਾ। ਦਾਨ ਜਿਹੜਾ ਅਰਦਾਸ ਵੀ ਕਰਦੇ ਆ ਉਹਦੇ ਵਿੱਚ ਕਹਿੰਦੇ ਨਾਮ ਦਾਨ, ਹਰ ਚੀਜ਼ ਦਾ ਦਾਨ ਅਸੀਂ ਮੰਗਦੇ ਹੈਗੇ ਆ। ਦਾਨ ਜਿਹੜਾ ਹੈ ਦਾਨ ਬੜੀ ਮਹੱਤਵਪੂਰਨ ਚੀਜ਼ ਹੈਗੀ ਹੈ, ਜਿਹੜੀ ਦਾਨ ਦੇ ਨਾਲ ਹੀ ਸਾਰਾ ਕੰਮ ਹੁੰਦਾ ਹੈ। ਪਹਿਲੀ ਗੱਲ ਹੈ ਦਾਨੀ ਤੇ ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ। ਬਿਲਕੁਲ। ਹਾਂਜੀ, ਤੇ ਅਸੀਂ ਉਹ ਕਹਿੰਦੇ ਨਾ ਹਮ ਭੀਖਤ ਭਿਖਾਰੀ ਤੇਰੇ ਉਹਦੇ ਦਰ ਦੇ ਭਿਖਾਰੀ ਆ ਅਸੀਂ। ਉਹੀ ਨਿਰਪਦ ਹੈ, ਉਹ ਇੱਕ ਦਾਤਾ ਹੈ ਜਿਹੜਾ ਜਿਹਦੇ ਸਾਰੇ ਅਸੀਂ ਉਹਦੇ ਕੋਲ ਮੰਗ ਕੇ ਲੈਂਦੇ ਹੈਗੇ ਆ। ਲੇਕਿਨ ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਅਸੀਂ ਜੇ ਕੁਛ ਕਿਸੇ ਨੂੰ ਦਿੰਦੇ ਹੈ ਅਸੀਂ ਉਹਨੂੰ ਦਾਨ ਸਮਝਦੇ ਹੈਗੇ। ਲੇਕਿਨ ਦਾਨ ਹੈ ਜਿਹੜੀ ਚੀਜ਼ ਉਹਦੀ ਸਮਰਪਿਤ ਕਰਦੇ ਨਹੀਂ, ਉਹਨੂੰ ਦੇਦੇ ਨਹੀਂ। ਤਾਂ ਜਿਵੇਂ ਹੁਣ ਕੋਈ ਗਰੀਬ ਹੈ, ਗਰੀਬ ਗੁਰਬ ਹੈ, ਕੁਛ ਹੈ, ਉਹਦੇ ਮੂੰਹ 'ਚ ਜਿਹੜੀ ਕਈ ਕੁਛ ਕਿਹਾ ਗਿਆ ਹੈ, ਜਿਵੇਂ ਗੁਰੂ ਦੀ ਗੋਲਕ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਜਿਹੜੇ ਆਪਾਂ ਗੁਰੂ ਦੀ ਗੋਲਕ 'ਚ ਵੀ ਪਾਉਂਦੇ ਆ, ਆਪਣਾ ਦਾਨ ਸਮਝ ਕੇ ਪਾਉਂਦੇ ਆ, ਲੇਕਿਨ ਉਹ ਕਿਸੇ ਗਰੀਬ ਨੂੰ ਵੀ ਦਿੱਤਾ ਜਾਵੇ ਤਾਂ ਉਹ ਵੀ ਉਹਦੇ 'ਚ ਮੰਨਿਆ ਜਾਂਦਾ ਹੈਗਾ। ਕੁਝ ਵੀ ਨਹੀਂ ਸਾਡੀਆਂ ਨੇਮ ਪਲੇਟਾਂ ਲੱਗਣ ਜਾਂ ਕੁਛ ਹੋਵੇ, ਉਹ ਚੀਜ਼ਾਂ ਸਾਨੂੰ ਉੱਪਰ ਉੱਠ ਕੇ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ। ਗੁਰੂ ਨੇ ਸਾਨੂੰ ਬਹੁਤ ਵੱਡੀਆਂ ਚੀਜ਼ਾਂ ਦਿੱਤੀਆਂ ਨੇ ਜਿਹੜੀਆਂ ਅਸੀਂ ਵਿਸਰ ਚੁੱਕੇ ਹਾਂ, ਲੇਕਿਨ ਅਸੀਂ ਆਪਣੇ ਆਪ ਨੂੰ ਆਪਣਤ ਨੂੰ ਅਸੀਂ ਅੱਗੇ ਲਿਆ ਕੇ ਰੱਖ ਦਿੱਤਾ ਕਿ ਅਸੀਂ ਹਾਂ ਸਭ, ਅਸੀਂ ਰੱਬ ਨਾਲ ਬੈਠੇ ਹਾਂ। ਲੇਕਿਨ ਦਾਨ ਦੀ ਕੁਝ ਗੱਲ ਹੋਰ ਸੀਗੀ, ਲੇਕਿਨ ਅਸੀਂ ਲੈ ਕੇ ਕਿਸੇ ਹੋਰ ਪਾਸੇ ਤੁਰ ਪਏ ਹਾਂ। ਤੇ ਜਿਹੜੀ ਭੇਟਾਂ ਦੀ ਗੱਲ ਹੈ, ਉਹ ਕਹਿੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੀਸ ਭੇਟ ਦੇ। ਉਹ ਭੇਟ ਹੁੰਦਾ ਜਦੋਂ ਆਪਣਾ ਆਪ ਸਮਰਪਿਤ ਕਰ ਦੇਣਾ। ਤੇ ਉਹ ਆਪਣਾ ਆਪ ਸਮਰਪਿਤ ਕੌਣ ਕਰ ਸਕਦਾ ਹੈ? ਕੋਈ ਵਿਰਲਾ ਹੈ ਜਿਹੜਾ ਕੋਈ ਆਪਣਾ ਆਪ ਸਮਰਪਿਤ ਕਰ ਸਕੇ। ਹਰ ਬੰਦਾ ਸਮਰਪਿਤ ਨਹੀਂ ਕਰ ਸਕਦਾ ਹੈਗਾ। ਸਮਰਪਿਤ ਹੋ ਜਾਂਦਾ ਵੀ ਜਦੋਂ ਜੋ ਵਾਹਿਗੁਰੂ ਨੇ ਜਿਸ ਤਰ੍ਹਾਂ ਵੀ ਹੈ ਉਹ ਰੱਬ ਤੇ ਭਰੋਸਾ ਕਰੇ, ਮਾੜਾ ਚੰਗਾ ਜੋ ਵੀ ਕਰਨਾ ਉਸ ਪਰਮਾਤਮਾ ਨੇ ਕਰਨਾ ਹੈ, ਤਾਂ ਉਹਦੇ ਅਧੀਨ ਹੀ ਅਸੀਂ ਚੱਲਣਾ ਜੋ ਵੀ ਉਹਨੇ ਕਰਨਾ ਹੈ। ਲੇਕਿਨ ਇਨਸਾਨ ਦਾ ਕੰਮ ਹੁੰਦਾ ਕਰਮ ਕਰਨਾ, ਉਹ ਕੰਮ ਆਪਣਾ ਕੰਮ ਕਰੀ ਜਾਵੇ, ਕਰਮ ਕਰੀ ਜਾਵੇ। ਉਹ ਲਾਲਸਾ ਨਾ ਰੱਖੇ ਵੀ ਜਿਵੇਂ ਮੰਨ ਲਓ ਅੱਜ ਅਸੀਂ ਬੂਟਾ ਲਾਉਂਦੇ ਹਾਂ, ਬੂਟਾ ਇਸ ਕਰਕੇ ਨਹੀਂ ਲਾਈਦਾ ਵੀ ਇਹਦਾ ਫਲ ਅਸੀਂ ਖਾਵਾਂਗੇ। ਕੋਈ ਵੀ ਖਾਏ ਲੇਕਿਨ ਆਸ ਨਾ ਰੱਖੋ ਫਲ ਦੀ, ਕਰੋ। ਹਾਂਜੀ ਹਾਂਜੀ ਗੁਰਮੇਜ ਸਿੰਘ ਵੀਰ ਜੀ, ਤੁਹਾਡੇ ਇਸ ਬਾਰੇ ਵਿਚਾਰ। ਐਕਚੁਅਲੀ ਜਿਹੜੀ ਗੱਲ ਹੈ ਨਾ, ਇਹ ਮੇਰੇ ਵਿਚਾਰਾਂ ਤੋਂ ਬਹੁਤ ਉੱਪਰ ਦੀ ਗੱਲ ਹੈ, ਕਿਉਂਕਿ ਇਹ ਪਰਮਾਤਮਾ ਨੇ ਜਿਨ੍ਹਾਂ ਨੂੰ ਦਾਤ ਦਿੱਤੀ ਹੈ ਜਾਂ ਜਿਨ੍ਹਾਂ ਨੇ ਬਹੁਤ ਇਸ ਬਾਰੇ ਅਧਿਐਨ ਕੀਤਾ ਹੈ, ਮੇਰਾ ਖਿਆਲ ਹੈ ਸਹੀ ਜਵਾਬ ਤਾਂ ਉਹੀ ਦੇ ਸਕਦੇ ਹਨ। ਪਰ ਮੈਂ ਆਪਣੀ ਸਮਝ ਮੁਤਾਬਕ ਇਹੀ ਸਮਝਦਾ ਕਿ ਸਭ ਕੁਝ ਦਿੱਤਾ ਹੋਇਆ ਤਾਂ ਗੁਰੂ ਦਾ ਹੈ ਜਾਂ ਪਰਮਾਤਮਾ ਦੀ
ਜਿਹੜੀ ਬਣਾਈ ਹੋਈ ਹਰ ਚੀਜ਼ ਹੈ, ਤੇ ਅਸੀਂ ਆਪਣੀ ਮਿਹਨਤ ਕਰਕੇ ਜਾਂ ਜੋ ਉਹਦੇ ਚੋਂ ਕਮਾਉਂਦੇ ਆ, ਤੇ ਬਾਬੇ ਨਾਨਕ ਦਾ ਜਿਹੜਾ ਮਿਸ਼ਨ ਸੀ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਕਿਰਤ ਕਰਨਾ ਸਾਡਾ ਫਰਜ਼ ਹੈ ਇਨਸਾਨੀਅਤ ਤੌਰ ਤੇ, ਕਿਉਂਕਿ ਇਹ ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ ਮੰਗ ਕੇ ਨਹੀਂ ਖਾਣਾ, ਕਿਰਤ ਕਰਕੇ ਖਾਣੀ ਹੈ। ਬਿਲਕੁਲ। ਤਾਂ ਨਾਲ ਇਹ ਵੀ ਗੁਰੂ ਦਾ ਹੁਕਮ ਹੈ ਕਿ ਵੰਡ ਕੇ ਛਕਣਾ, ਜ਼ਰੂਰਤਮੰਦ ਨੂੰ ਜਿਹੜੀ ਹੈ ਵੀ ਤੁਸੀਂ ਉਹਦਾ ਵੀ ਖਿਆਲ ਰੱਖਣਾ ਹੈ। ਜ਼ਰੂਰਤਮੰਦ ਜਿਹੜਾ ਵੀ ਹੈ ਉਹਨੂੰ ਤੁਸੀਂ ਆਪਣੇ ਹਿੱਸੇ ਦੇ ਵਿੱਚੋਂ ਜਿਹੜਾ ਬਣਦਾ ਤਣਦਾ ਉਹ ਵੀ ਜ਼ਰੂਰ ਦਿਓ। ਤੇ ਉਹਦੇ ਨਾਲ ਸਿੱਖ ਨੂੰ ਜਿੱਥੇ ਇਹ ਦੋਨੋਂ ਚੀਜ਼ਾਂ ਦਿੱਤੀਆਂ ਨੇ, ਉੱਥੇ ਨਾਲ ਨਾਮ ਜਪਣ ਦੇ ਵੀ ਹੁਕਮ ਹੈ। ਤੁਸੀਂ ਇਹ ਸਮਾਂ ਕੱਢ ਕੇ ਜਿਹੜਾ ਕੁਝ ਸਮਾਂ ਜਿਹੜਾ ਹੈ ਉਹ ਰੱਬ ਦੇ ਲੇਖੇ ਵੀ ਲਾਉਣਾ ਹੈ। ਇਹ ਤਾਂ ਇੱਕ ਸਿੱਖ ਨੂੰ ਹੁਕਮ ਹੈ, ਪਰ ਅਸੀਂ ਦੇਖਣਾ ਵੀ ਅਸੀਂ ਮੰਨਦੇ ਕੀ ਹਾਂ, ਜਾਂ ਕਿੱਥੇ ਤੱਕ ਅਸੀਂ ਆਪਣੇ ਆਪ ਨੂੰ ਅਸੀਂ ਝਾਤੀ ਮਾਰ ਕੇ ਦੇਖ ਸਕਦੇ ਹਾਂ ਅਸੀਂ ਕਿੱਥੇ ਖੜੇ ਹਾਂ। ਹਰ ਇੱਕ ਬੰਦਾ ਆਪਣੇ ਆਪ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਬਿਲਕੁਲ। ਤੇ ਦਾਨ ਦੀ ਗੱਲ ਜਿਹੜੀ ਹੈ, ਜਦੋਂ ਉਹਦੇ ਦਿੱਤੇ ਦੇ ਵਿੱਚੋਂ ਹੀ ਅਸੀਂ ਅੱਗੇ ਦੇਣਾ ਹੈ, ਤੇ ਫਿਰ ਵੱਡੇ ਵੱਡੇ ਪੋਸਟਰ ਲਾਣੇ ਜਾਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਮੇਰਾ ਖਿਆਲ ਹੈ ਗੁਰਮਤਿ ਅਨੁਸਾਰ ਜਿਹੜਾ ਉਹ ਸਾਨੂੰ ਸੋਭਾ ਨਹੀਂ ਦਿੰਦਾ। ਬਿਲਕੁਲ। ਪਰ ਕਈ ਵਾਰੀ ਇਹ ਹੁੰਦਾ ਹੈ ਕਿ ਇਹ ਵੀ ਜ਼ਰੂਰੀ ਹੈ ਕਿ ਜੇ ਤੁਸੀਂ ਕਿਤੇ ਇਹੋ ਜਿਹੀ ਸੰਸਥਾ ਨੂੰ ਦੇ ਰਹੇ ਹੋ, ਜਾਂ ਕਿਤੇ ਤੁਸੀਂ ਇਨਵੈਸਟਮੈਂਟ ਲਈ, ਜਾਂ ਕਿਤੇ ਵੀ ਜਿੱਥੇ ਕੋਈ ਨਾ ਕੋਈ ਗੱਲ ਹੋ ਰਹੀ ਹੈ, ਹਾਂਜੀ। ਕਿਤੇ ਦੇ ਰਹੇ ਹੋ ਪੈਸਾ, ਪਰ ਉਹ ਸੰਸਥਾਵਾਂ ਦਾ ਹਿਸਾਬ ਕਿਤਾਬ ਰੱਖਣ ਲਈ, ਲੇਖਾ ਜੋਖਾ ਉਹਨਾਂ ਨੂੰ ਰੱਖਣ ਲਈ ਵੀ ਪਰਚੀ ਕੱਟਣੀ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ। ਕਈ ਵਾਰੀ ਜਿਹੜੇ ਲਾਅ ਮੁਤਾਬਕ ਕਈ ਗਵਰਨਮੈਂਟਾਂ ਦੇ ਲਾਅ ਨੇ, ਜਾਂ ਇਹ ਮੋਸਟਲੀ ਹਰ ਜਗ੍ਹਾ ਹੈ ਕਿ ਜਦੋਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਜਿਹੜੀਆਂ ਉਹਨਾਂ ਲਈ ਕੋਈ ਪੈਸਾ ਦਿੰਦਾ ਹੈ ਤੇ ਤੁਹਾਨੂੰ ਟੈਕਸ ਰਿਬੇਟ ਵੀ ਮਿਲਦਾ ਹੈ। ਇਸ ਲਈ ਵੀ ਕਈ ਵਾਰੀ ਪਰਚੀ ਕਟਾਣੀ ਜ਼ਰੂਰੀ ਹੁੰਦੀ ਹੈ, ਜਾਂ ਆਪਣਾ ਨਾਂ ਦੱਸਣਾ ਜ਼ਰੂਰੀ ਹੁੰਦਾ ਹੈ। ਇਹ ਤਾਂ ਜ਼ਰੂਰਤ ਦੀਆਂ ਲੋੜਾਂ ਨੇ, ਜ਼ਰੂਰਤ ਦੀਆਂ ਗੱਲਾਂ ਨੇ, ਪਰ ਥੋੜਾ ਕਰਕੇ ਜ਼ਿਆਦਾ ਦੱਸਣਾ ਇਹ ਥੋੜਾ ਮੈਂ ਸੋਚਦਾ ਕਿ ਉਸ ਜਿਹੜਾ ਗੁਰੂ ਆਸ਼ਾ ਹੈ ਜਾਂ ਜਿਹੜਾ ਸਾਨੂੰ ਹੁਕਮ ਹੈ ਉਹਦੇ ਉਲਟ ਜਾਂਦਾ ਹੈ। ਤੇ ਦਾਨ ਦੇਣ ਲਈ ਵੀ ਸਾਨੂੰ ਥੋੜਾ ਜਿਹਾ ਖਿਆਲ ਰੱਖਣਾ ਮੇਰਾ ਖਿਆਲ ਜ਼ਰੂਰੀ ਹੈ। ਜਿੱਥੇ ਤੱਕ ਮੇਰੀ ਸੋਚ ਹੈ, ਮੈਂ ਜੋ ਹੋਰ ਬੜੇ ਵੱਡੇ ਫਿਲਾਸਫਰ ਬੈਠੇ ਨੇ ਜਿਨ੍ਹਾਂ ਨੇ ਆਪਣਾ ਜੀਵਨ ਇਸੇ ਬਾਰੇ ਲਾਇਆ ਹੈ, ਆਪਣੀ ਸਟੱਡੀ ਕੀਤੀ ਹੈ, ਗੁਰਬਾਣੀ ਦੇ ਪੂਰੇ ਜਾਣਕਾਰ ਨੇ, ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ। ਮੈਂ ਆਪਣੇ ਮੁਤਾਬਕ ਜਿੰਨੀ ਮੇਰੀ ਸੋਚ ਹੈ ਮੈਂ ਉਹਦੇ ਮੁਤਾਬਕ ਇਹ ਦੱਸ ਰਿਹਾ। ਬਿਲਕੁਲ ਬਿਲਕੁਲ ਜੀ। ਹਾਂਜੀ, ਵੀ ਦਾਨ ਜਿਹੜਾ ਉਹ ਸੋਚ ਕੇ ਦੇਣਾ ਚਾਹੀਦਾ ਜ਼ਰੂਰਤਮੰਦ ਕੌਣ ਹੈ। ਜੇ ਅਸੀਂ ਰੱਜਿਆਂ ਨੂੰ ਰਜਾਈ ਜਾਈਏ, ਰੋਕ ਰਸਤੇ ਦੇ ਵਿੱਚ ਜਿਹੜੇ ਪਹਿਲਾਂ ਹੀ ਘਰੋਂ ਰੱਜ ਕੇ ਖਾ ਕੇ ਆਏ ਨੇ ਤੇ ਉਹਨਾਂ ਨੂੰ ਹੀ ਖਵਾਈ ਜਾਈਏ, ਮੇਰਾ ਖਿਆਲ ਹੈ ਉਹ ਜਿੱਥੇ ਗੁਰੂ ਦਾ ਹੁਕਮ ਢੁਕਦਾ ਹੈ, ਜਿਹੜਾ ਬਹੁਤਾ ਖਾਧਾ ਜਾਂ ਬਹੁਤਾ ਖਾ ਲੈਣਾ ਉਹ ਬਿਮਾਰੀ ਦਾ ਕਾਰਨ ਵੀ ਬਣ ਸਕਦਾ ਹੈ। ਤੇ ਅਸੀਂ ਐਂ ਲੱਗਦਾ ਵੀ ਅਸੀਂ ਦਾਨ ਕਰ ਰਹੇ ਹਾਂ, ਪਰ ਹੋ ਸਕਦਾ ਅਸੀਂ ਉਹ ਲੋਕਾਂ ਨੂੰ ਇਸ ਪਾਸੇ ਉਹਨਾਂ ਨੂੰ ਪਹੁੰਚਾ ਰਹੇ ਹਾਂ ਕਿ ਉਹਨਾਂ ਨੂੰ ਜ਼ਿਆਦਾ ਖਾ ਕੇ ਉਹਨਾਂ ਦੇ ਢਿੱਡ 'ਚ ਤਕਲੀਫ ਨਾ ਹੋ ਜਾਏ, ਜਾਂ ਉਹਨਾਂ ਨੂੰ ਕੋਈ ਬਿਮਾਰੀ ਨਾ ਲੱਗ ਜਾਏ। ਇਹ ਜ਼ਿਆਦਾ ਖਾਣ ਨਾਲ, ਧੱਕੇ ਨਾਲ ਖਵਾਉਣ ਨਾਲ ਜਿਹੜਾ ਹੈ ਮੇਰਾ ਖਿਆਲ ਹੈ ਇਹ ਸਾਨੂੰ ਨਹੀਂ ਬਣਦਾ। ਉਹਦੇ ਮੁਤਾਬਕ ਜਿਹੜੇ ਗਰੀਬ ਬਸਤੀਆਂ ਦੇ ਵਿੱਚ ਲੋਕ ਰਹਿੰਦੇ ਨੇ, ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਸਮਾਂ ਗੁਜ਼ਾਰਦੇ ਨੇ, ਤੇ ਜੇ ਅਸੀਂ ਉਹ ਦਾਨ, ਉਹ ਲੰਗਰ ਉੱਥੇ ਜਾ ਕੇ ਲਾ ਦਈਏ, ਉੱਥੇ ਸ਼ਾਇਦ ਵੱਡੀਆਂ ਫੋਟੋ ਤਾਂ ਨਹੀਂ ਬਣਨਗੀਆਂ, ਪਰ ਉੱਥੇ ਜਿਹੜੀ ਉਹਨਾਂ ਦੀ ਤ੍ਰਿਪਤੀ ਹੈ, ਜਿਹੜੀ ਉਹਨਾਂ ਦੀ ਭੁੱਖ ਹੈ ਉਹ ਪੂਰੀ ਹੋਏਗੀ, ਤੇ ਉਹਦੇ ਨਾਲ ਉਹਨਾਂ ਨੂੰ ਵੀ ਸੰਤੁਸ਼ਟੀ ਮਿਲੇਗੀ। ਤੇ ਜੇ ਤੁਸੀਂ ਇਹ ਇੱਕ ਗੁਰੂ ਦਾ ਹੁਕਮ ਹੈ ਜ਼ਰੂਰਤਮੰਦ ਨੂੰ ਜਿਹੜਾ ਦਾਨ ਦੇਣਾ, ਜਾਂ ਆਪਣਾ ਦਸਵੰਧ ਕੱਢਣਾ, ਜਾਂ ਉਹਦੇ ਵਿੱਚ ਕੁਛ ਨਾ ਕੁਛ ਦੂਸਰਿਆਂ ਨੂੰ ਦੇਣਾ, ਉਹਦੀ ਵੀ ਪੂਰਤੀ ਜਿਹੜੀ ਹੈ ਮੇਰੇ ਮੁਤਾਬਕ ਤਾਂ ਇਹ ਸਹੀ ਰਹੇਗੀ। ਕੱਪੜਾ ਦਾਨ ਕਰਨਾ, ਜਿਹਦੇ ਤਨ ਤੇ, ਜਿਹਦੇ ਸਰੀਰ ਤੇ ਕੋਈ ਕੱਪੜਾ ਨਹੀਂ, ਜੇ ਅਸੀਂ ਉਹਨੂੰ ਦਾਨ ਕਰਦੇ ਹਾਂ, ਮੇਰਾ ਖਿਆਲ ਹੈ ਉਹ ਕਿਸੇ ਵੱਡੇ ਲੋਕਾਂ ਨੂੰ ਜਾਂ ਵੱਡੇ ਬਾਬਿਆਂ ਨੂੰ ਦਸ਼ਾਲੇ ਭੇਟ ਕਰਨ ਨਾਲੋਂ
ਇੱਕ ਛੋਟਾ ਜਿਹਾ ਕਮੀਜ਼ ਕਿਸੇ ਗਰੀਬ ਨੂੰ ਜਿਹਦੇ ਤਨ ਤੇ ਕੱਪੜਾ ਨਹੀਂ, ਜੇ ਉਹਨੂੰ ਦੇ ਦਈਏ, ਮੇਰਾ ਖਿਆਲ ਉਹ ਜ਼ਿਆਦਾ ਮਹੱਤਵ ਰੱਖਦਾ ਹੈ। ਤੇ ਇਸ ਕਰਕੇ ਦਾਨ ਕਰਨ ਲੱਗਿਆ ਵੀ ਸਾਨੂੰ ਸੋਚ ਕੇ ਕਰਨ ਦੀ ਜ਼ਰੂਰਤ ਹੈ ਕਿ ਜ਼ਰੂਰਤਮੰਦ ਕੌਣ ਹੈ। ਕਿਉਂਕਿ ਜੇ ਅਸੀਂ ਬਾਬੇ ਨਾਨਕ ਦੀ ਜਿਹੜੀ ਫਿਲਾਸਫੀ ਸੀ, ਜੇ ਉਸ ਤੇ ਧਿਆਨ ਮਾਰੀਏ ਤੇ ਬਾਬਾ ਨਾਨਕ ਹਮੇਸ਼ਾ ਗਰੀਬਾਂ ਦੇ ਕੋਲ ਗਏ ਨੇ, ਜਿਹੜੇ ਜ਼ਰੂਰਤਮੰਦ ਸੀ, ਜਿਹੜੇ ਰੱਬ ਦੇ ਪਿਆਰੇ ਸੀ, ਰੱਬ ਨੂੰ ਮੰਨਣ ਵਾਲੇ ਸੀ, ਤੇ ਜਿੱਥੇ ਉਹਨਾਂ ਨੂੰ ਆਪਣਾ ਸੀ ਉੱਥੇ ਹੀ ਉਹ ਗਏ ਸਨ। ਤੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਵਾਰਤਾਲਾਪ, ਜਾਂ ਜਿਹੜੇ ਬੜੇ ਹੰਕਾਰੀ ਸਨ ਤੇ ਉਹ ਤੇ ਬਾਬਾ ਨਾਨਕ ਸੀ, ਉਹਨਾਂ ਨਾਲ ਗੱਲਬਾਤ ਕਰ ਸਕਿਆ ਸੀ ਜਾਂ ਉਹਨਾਂ ਨੂੰ ਸਮਝਾ ਸਕਿਆ ਸੀ, ਪਰ ਅਸੀਂ ਇੰਨੇ ਜੋਗੇ ਨਹੀਂ। ਪਰ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਬੁੱਧੀ ਮੁਤਾਬਕ ਜਿਹੜਾ ਹੈ ਉਹ ਦਾਨ ਜ਼ਰੂਰ ਸੋਚ ਕੇ ਕਰੀਏ, ਜ਼ਰੂਰਤਮੰਦ ਨੂੰ ਦਾਨ ਦਈਏ। ਐਵੇਂ ਨਹੀਂ ਕਿ ਇਹੋ ਜਿਹੀਆਂ ਸੰਸਥਾਵਾਂ ਨੂੰ ਦਾਨ ਦੇ ਦਈਏ ਜਿਹੜੀਆਂ ਆਪਣਾ ਹੀ ਨਾਂ ਬਣਾਉਣ ਤੇ ਲੱਗੀਆਂ ਨੇ, ਜਾਂ ਕੋਈ ਇਹੋ ਜਿਹੇ ਕੋਈ ਪ੍ਰੋਗਰਾਮ ਕਰਕੇ ਜਿੱਥੇ ਤੁਹਾਡਾ ਦਿੱਤਾ ਹੋਇਆ ਪੈਸਾ ਜਿਹੜਾ ਹੈ ਮਿਹਨਤ ਕਮਾਈ ਦਾ ਉਹ ਵਿਅਰਥ ਜਾ ਰਿਹਾ। ਇਸ ਕਰਕੇ ਮੇਰੀ ਇਹੀ ਸੋਚ ਹੈ ਕਿ ਸਾਨੂੰ ਦਾਨ ਜਿਹੜਾ ਹੈ ਉਹ ਸੋਚ ਸਮਝ ਕੇ ਤੇ ਜ਼ਰੂਰਤਮੰਦ ਨੂੰ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ। ਬਿਲਕੁਲ। ਹਾਂਜੀ, ਸੋਹਣ ਸਿੰਘ ਵੀਰ ਜੀ, ਸਵਾਗਤ ਹੈ ਤੁਹਾਡਾ। ਤੇ ਤੁਸੀਂ ਸਾਨੂੰ ਦੱਸੋ ਕਿ ਸਿੱਖ ਮਤ ਦੇ ਅਨੁਸਾਰ ਦਾਨ ਤੇ ਭੇਟਾ ਦੇ ਵਿੱਚ ਕੀ ਫਰਕ ਹੈ? ਵਾਹਿਗੁਰੂ ਜੀ ਕਾ ਫਤਿਹ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਨਾਲ 100% ਸਹਿਮਤ ਹਾਂ। ਹਾਂਜੀ। ਜਿਹੜਾ ਦਾਨ ਸ਼ਬਦ ਆ, ਇਹਦੇ ਭਾਈ ਕਾਨ ਸਿੰਘ ਜੀ ਨਾਭਾ ਇਹਦੇ ਅਰਥ ਕਰਦੇ ਨੇ ਖੈਰਾਤ ਰੂਪ ਵਿੱਚ ਦਿੱਤੀ ਹੋਈ ਵਸਤੂ ਜਾਂ ਤਰਸ ਰੂਪ ਵਿੱਚ ਦਿੱਤੀ ਹੋਈ ਵਸਤੂ। ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਹਨੂੰ ਪੜ੍ਹਦੇ ਹਾਂ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ। ਦਾਨ ਸਾਡੀਆਂ ਚੰਗਿਆਈਆਂ ਨੇ, ਪਰ ਉਸ ਪਰ ਆਵਾਜ਼ ਥੋੜੀ ਜੀ ਲਾਊਡ ਕਰਨਾ। ਆਪ ਨਹੀਂ ਹੈ। ਉਹਨੀ ਨਾ ਆਵਾਜ਼ ਥੋੜੀ ਜੀ ਲਾਊਡ ਕਰੋ। ਆ ਰਹੀ ਹੈ, ਐਕਚੁਅਲੀ ਆਵਾਜ਼ ਆ ਰਹੀ ਹੈ। ਹਾਂਜੀ, ਰਿਕਾਰਡਿੰਗ ਪੂਰੀ ਆ ਰਹੀ। ਹਾਂਜੀ। ਤੇ ਦਾਨ ਸਿਰਫ ਦਾਨੀ ਜਿਹੜਾ ਆ, ਦਾਨ ਹੈ ਜਿਹੜਾ ਉਹ ਦਾਤਾ ਦਿੰਦਾ। ਤੇ ਗੁਰਬਾਣੀ ਦੇ ਅਨੁਸਾਰ ਦੱਤਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਤੋਟ ਨ ਆਵਈ, ਅਗਨਤ ਭਰੇ ਭੰਡਾਰ। ਦਾਤਾ ਸਿਰਫ ਇੱਕ ਹੈ, ਉਹ ਪਰਮਾਤਮਾ ਆ, ਉਹ ਅੱਲਾ ਆ, ਉਹ ਵਾਹਿਗੁਰੂ। ਦਿੰਦੇ ਤੋਟ ਨਾ ਆਵੇ, ਉਹਨੂੰ ਦਿੰਦੇ ਹੋਏ ਨੂੰ ਕੋਈ ਕਮੀ ਨਹੀਂ ਹੁੰਦੀ ਜਦੋਂ ਦਾਤਾ ਦਿੰਦਾ ਹੈ। ਅਗਨਤ, ਗਣਤ ਹੁੰਦਾ ਗਿਣਤੀ, ਅਗਨਤ ਮਤਲਬ ਅਣਗਿਣਤ। ਉਹਦੇ ਕੋਲ ਨਾ ਗਿਣੇ ਜਾਣ ਵਾਲੇ ਭੰਡਾਰ ਨੇ। ਜਿਹੜਾ ਦਾਨ ਆ, ਇਹ ਦੇਣ ਵਾਲਾ ਜਿਹੜਾ ਆ, ਲੈਣ ਵਾਲਾ, ਉਹਦੇ ਤਰਸ ਦਾ ਪਾਤਰ ਹੁੰਦਾ ਆ। ਉਹ ਅਸੀਂ ਸ਼ਰਧਾ ਸਹਿਤ ਦਿੰਦੇ ਹਾਂ। ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਦਾਤਾ ਤੇ ਇਕੱਲਾ ਪਰਮਾਤਮਾ ਆ, ਅੱਲਾ ਆ, ਵਾਹਿਗੁਰੂ ਹੈ। ਉਹ ਫਿਰ ਭੇਟਾ ਜਿਹੜੀ ਸਤਿਕਾਰ ਸਹਿਤ, ਉਹਦਾ ਹੱਕ ਲੈਣ ਵਾਲੇ ਦਾ ਭੇਟਾ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਰੁਮਾਲੇ ਲੈ ਕੇ ਜਾਂਦੇ ਹਾਂ, ਰੁਮਾਲਾ ਸਾਹਿਬ ਲੈ ਕੇ ਜਾਂਦੇ ਹਾਂ। ਦੇਖੋ, ਸਿੱਖ ਧਰਮ ਦੇ ਅੰਦਰ ਰੁਮਾਲਾ ਸਾਹਿਬ ਹੋ ਜਾਂਦਾ, ਚੌਰ ਸਾਹਿਬ ਹੋ ਜਾਂਦਾ ਹੈ। ਤੇ ਭੇਟਾ ਜਿਹੜੀ ਸਤਿਕਾਰ ਸਹਿਤ ਦਿੱਤੀ ਹੋਈ ਵਸਤੂ ਨੂੰ ਭੇਟਾ ਕਹਿੰਦੇ ਨੇ। ਤੇ ਦਾਨ ਜਿਹੜਾ ਆ, ਦਾਨ ਲੈਣ ਵਾਲਾ, ਉਹ ਤਰਸ ਦਾ ਪਾਤਰ ਹੈ। ਤੇ ਗੁਰਬਾਣੀ ਦੇ ਅਨੁਸਾਰ ਦਾਤਾ ਸਿਰਫ ਇੱਕੋ ਹੀ ਆ, ਦਾਨ ਸਿਰਫ ਇੱਕੋ ਹੀ ਦੇ ਸਕਦਾ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਤੋੜ ਨਾ ਆਵਈ, ਅਗਨਤ ਭਰੇ ਭੰਡਾਰ। ਗੁਰਬਾਣੀ ਦੀ ਰੋਸ਼ਨੀ ਵਿੱਚ ਜਦੋਂ ਇਹ ਦੂਜਾ ਅਸੀਂ ਇਹਦਾ ਪਹਿਲੂ ਵਿਚਾਰੀਏ, ਮਾਂ ਦਿਵਸ ਮੂਰਤ ਭਲੇ, ਜਿਨ ਕੋ ਨਦਰ ਕਰੇ, ਮਹੀਨੇ ਮਹੂਰਤ, ਉਹ ਚੰਗੇ ਨੇ। ਭਾਵ ਸਾਨੂੰ ਦਿਨਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ, ਸ਼ੁੱਕਰਵਾਰ ਐਤਵਾਰ ਜਾਂ ਕੋਈ ਦਿਨ ਸਾਨੂੰ ਨਹੀਂ ਮੰਨਣਾ ਚਾਹੀਦਾ। ਨਾਨਕ ਮੰਗੇ ਦਰਸਦਾਨ, ਨਾਨਕ ਦਾਨ ਮੰਗਦਾ ਹੈ ਕਿ ਇਹ ਪ੍ਰਮਾਤਮਾ ਮੇਰੇ ਤੇ ਤਰਸ ਕਰ। ਨਾਨਕ ਮੰਗੇ ਦਰਸਦਾਨ ਹਰੇ, ਪਰਮਾਤਮਾ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਦੇ। ਗੁਰਬਾਣੀ ਦੇ ਅੰਦਰ ਜਿਹੜਾ ਦਾਨ ਸ਼ਬਦ ਆ, ਇਹ ਇੱਕ ਜਗ੍ਹਾ ਦੇ ਉੱਤੇ ਮਸੂਲ ਦੇ ਲਈ ਵੀ ਆਇਆ। ਹਉਮੈ ਡਨ ਸਹੇ ਰਾਜਾ ਮੰਗੇ ਦਾਨ। ਰਾਜਾ ਜਿਹੜਾ ਆ, ਉਹ ਕਿਸਾਨ ਪਾਸੋਂ ਮਾਮਲਾ ਮੰਗਦਾ, ਤੇ ਜਿਹੜਾ ਸਿਮਰਨ ਤੋਂ ਬਿਨਾ ਉਹ ਹਉਮੈ ਦੀ ਸਜ਼ਾ ਭੁਗਤਦਾ। ਮਤਲਬ ਮਾਮਲਾ ਦਾਨ ਮਸੂਲ ਦੇ ਰੂਪ ਦੇ ਵਿੱਚ ਵੀ ਆਇਆ। ਜਦੋਂ ਅਸੀਂ ਭੇਟਾ ਦੀ ਗੱਲ ਕਰਦੇ ਹਾਂ, ਜਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ 20ਵੀਂ ਵਾਰੀ ਗੰਗਾ ਤੇ ਗਏ ਨੇ, ਗੁਰਤਾ ਤੇ ਬਿਰਾਜਮਾਨ ਹੋ ਕੇ ਗਏ ਨੇ, ਉਸ
ਉਸ ਵੇਲੇ ਜਿਹੜੇ ਟੈਕਸ ਮਸੂਲ ਜਿਹੜੇ ਲੈਣ ਵਾਲੇ ਸੀ, ਉਹਨਾਂ ਨੇ ਗੁਰੂ ਸਾਹਿਬ ਤੋਂ ਟੈਕਸ ਲੈਣਾ ਕੀ ਹੈ, ਗੁਰੂ ਸਾਹਿਬ ਨੂੰ ਭੇਟਾ ਦਿੱਤੀ, ਮਤਲਬ ਸਤਿਕਾਰ ਸੰਗ ਭੇਟਾ ਦਿੱਤੀ। ਤੇ ਜਿਹੜੇ ਗੁਰੂ ਸਾਹਿਬ ਦੇ ਪਿੱਛੇ ਆਉਣ ਵਾਲੀ ਸੰਗਤ ਸੀ, ਉਹਨਾਂ ਕੋਲੋਂ ਵੀ ਕੁਝ ਵੀ ਨਹੀਂ ਲਿਆ। ਗੁਰਬਾਣੀ ਦੇ ਅੰਦਰ ਸ਼ਬਦ ਹੈ, ਜਗਾਤੀ ਮਿਲੇ ਤੇ ਭੇਟ ਗੁਰ ਪਿੱਛੇ ਲੰਘਾਏ ਦੀ ਆ। ਜਿਹੜੇ ਟੈਕਸ ਲੈਣ ਵਾਲੇ ਸੀ, ਉਹਨਾਂ ਨੇ ਟੈਕਸ ਤੇ ਗੁਰੂ ਸਾਹਿਬ ਤੋਂ ਕੀ ਲੈਣਾ ਸੀ, ਸਗੋਂ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਭੇਟਾ, ਮਤਲਬ ਭੇਟਾ ਦਾ ਮਤਲਬ ਸਤਿਕਾਰ ਨਾਲ ਦਿੱਤੀ ਹੈ। ਤੇ ਪਿੱਛੋਂ ਜਿਹੜੀ ਸੰਗਤ ਸੀ, ਉਹ ਵੀ ਕਿਉਂਕਿ ਗੁਰੂ ਨੂੰ ਮਸੂਲ ਨਹੀਂ ਲੱਗਿਆ, ਤੇ ਫਿਰ ਸਿੱਖ ਸੰਗਤਾਂ ਜਿਹੜੀਆਂ ਨੇ, ਉਹਨਾਂ ਤੋਂ ਵੀ ਮਸੂਲ ਲੈਣ ਵਾਲਿਆਂ ਨੇ ਟੈਕਸ ਨਹੀਂ ਦਿੱਤਾ। ਇਤਿਹਾਸਿਕ ਤੌਰ ਤੇ, ਗੁਰਬਾਣੀ ਦੇ ਤੌਰ ਤੇ ਸਿੱਖ ਧਰਮ ਦੇ ਅੰਦਰ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਗੁਰਬਾਣੀ ਦੇ ਬਹੁਤ ਸਾਰੇ ਪ੍ਰਮਾਣ ਦਾਸ ਦੇ ਕੋਲ ਹੋਰ ਨੇ, ਪਰ ਜਿਹੜਾ ਬਹੁਤ ਇੰਪੋਰਟੈਂਟ ਫਰਮਾਨ ਆ, ਜਦੋਂ ਅਸੀਂ ਸਿੱਖ ਪੜ੍ਹਦੇ ਆ, ਜਦੋਂ ਸਿੱਖ ਅਰਦਾਸ ਕਰਦਾ, ਜਦੋਂ ਇੱਥੇ ਪਹੁੰਚਦਾ, ਸਿੱਖਾਂ ਨੂੰ ਸਿੱਖੀ ਦਾਨ, ਕੇਸਦਾਨ, ਆਵਾਜ਼ ਨਹੀਂ ਆ ਰਹੀ, ਆਵਾਜ਼ ਦੇਖੋ ਬਸ ਕੱਢ ਰਹੀ। ਇੱਥੋਂ ਬਿਲਕੁਲ ਕਲੀਅਰ ਹੋ ਜਾਂਦਾ ਵੀ ਸਿੱਖ ਪੁਰਖ ਅੱਗੇ, ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਬੇਨਤੀ ਕਰਦਾ ਕਿ ਪ੍ਰਮਾਤਮਾ ਸਾਡੇ ਤੇ ਤਰਸ ਕਰਕੇ ਸਾਨੂੰ ਸਿੱਖੀ ਦਾਨ ਵਜੋਂ ਬਖਸ਼ ਦੇ। ਹੁਣ ਸਿੱਖੀ ਮੰਗੀ ਹੈ, ਸਾਡੇ ਕੋਲ ਸ਼ਬਦ ਹੈ, ਉਹ ਹੈ ਕੇਸ ਦਾਨ। ਸਿੱਖੀ ਨਹੀਂ ਕਰਨੀ ਚਾਹੀਦੀ, ਕਿਰਪਾ ਕਰ ਮੈਨੂੰ ਕੇਸਾਂ ਦੀ ਵੀ ਦਾਤ ਬਖਸ਼ ਦੇ, ਮੇਰੇ ਤੇ ਕਿਰਪਾ ਕਰ। ਹੁਣ ਕਿਤੇ ਕੇਸਾਧਾਰੀ ਹੋ ਕੇ ਸਿੱਖ ਭੇਖੀ ਨਾ ਬਣ ਜਾਵੇ, ਫਿਰ ਰਹਿਤ ਵੀ ਮੰਗ ਲਈ। ਰਹਿਤ ਮੰਗ ਕੇ ਉਸ ਤੋਂ ਬਾਅਦ ਕਿਤੇ ਸਿੱਖ ਦੂਜਿਆਂ ਨਾਲ ਵਿਤਕਰਾ ਨਾ ਕਰਨ ਲੱਗ ਜਾਵੇ, ਫਿਰ ਵਿਵੇਕ ਵੀ ਮੰਗ ਲਿਆ। ਵਿਵੇਕ ਸ਼ਬਦ ਤੇ ਧਿਆਨ ਦੇਣ ਦੀ ਲੋੜ ਹੈ। ਵਿਵੇਕ ਦਾਨ, ਅਸਤ, ਸੱਚ ਤੇ ਝੂਠ, ਇਹਨਾਂ ਵਿੱਚੋਂ ਮੈਨੂੰ ਉਹ ਅਕਲ ਬਖਸ਼ ਦੇ ਕਿ ਮੈਂ ਸੱਚ ਤੇ ਝੂਠ ਦਾ ਨਤਾਰਾ ਕਰਕੇ ਉਹਦੇ ਵਿੱਚੋਂ ਸੱਚ ਨੂੰ ਪਛਾਣ ਪਾਵਾਂ। ਅਗਲਾ ਸ਼ਬਦ ਹੈ ਵਿਸਾਹ ਦਾਨ। ਵਿਸਾਹ ਸ਼ਬਦ ਦੇ ਸ਼ਬਦੀ ਅਰਥ ਜਿਹੜੇ ਨੇ, ਪਹਿਲਾਂ ਤਾਂ ਇਸ ਗੱਲ ਦਾ ਯਕੀਨ ਕਿ ਪਰਮਾਤਮਾ ਹੈਗਾ, ਇਹ ਅੱਲਾ, ਇਹ ਵਾਹਿਗੁਰੂ, ਇਹ ਖੁਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਸ਼ਬਦ ਦੇ ਰੂਪ ਚ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੈ, ਮੈਨੂੰ ਇਹ ਭਰੋਸਾ ਦੇ, ਮੈਂ ਵਿਸ਼ਵਾਸ ਕਰ ਲਵਾਂ ਕਿ ਪਰਮਾਤਮਾ ਹੈਗਾ। ਵਿਸਾਹ ਦਾ ਦੂਜਾ ਸ਼ਬਦੀ ਅਰਥ ਆ ਕਿ ਪਰਮਾਤਮਾ ਮੇਰੀ ਅਰਦਾਸ ਤੇ ਬੋੜੇਗਾ ਹੀ, ਇਹ ਉਹ ਆਵੇਗਾ ਹੀ, ਮੇਰਾ ਪੱਕਾ ਯਕੀਨ ਹੈ। ਸਿੱਖ ਦਾ ਯਕੀਨ ਹੋਣਾ ਚਾਹੀਦਾ। ਮੈਨੂੰ ਇਹ ਵੀ ਦਾਨ ਦੇ ਦੇ ਪਰਮਾਤਮਾ, ਤੇਰੀ ਹੋਂਦ ਨੂੰ ਮੈਂ ਸਵੀਕਾਰ ਕਰ ਲਵਾਂ ਤੇ ਤੂੰ ਮੇਰੀ ਅਰਦਾਸ ਤੇ ਆਵੇਂਗਾ ਹੀ। ਇਹ ਮੈਨੂੰ ਅਗਲਾ ਆ ਗਿਆ ਭਰੋਸਾ ਦਾਨ। ਇਹ ਪਰਮਾਤਮਾ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਤੇ ਭਰੋਸਾ ਕਰਾਂ, ਮੇਰੇ ਤੇ ਤਰਸ ਕਰਕੇ ਮੈਨੂੰ ਇਹ ਵੀ ਦਾਨ ਵਜੋਂ ਦੇ ਦੇ। ਦਾਨਾ ਸਿਰ ਦਾਨ, ਨਾਮ ਦਾਨ। ਸਿੱਖ ਦੇ ਲਈ ਜਿਹੜਾ ਦਾਨਾਂ ਤੋਂ, ਸਾਰਿਆਂ ਦਾਨਾਂ ਤੋਂ ਵੱਡਾ ਦਾਨ ਆ, ਉਹ ਨਾਮ ਦੀ ਦਾਤ ਆ। ਦਾਤਾ ਨਾਮ ਦਾ ਦਾਨ ਦੀ ਬਖਸ਼ ਦੇ, ਤਾਂ ਕਿ ਮੈਂ ਤੇਰੇ ਨਾਮ ਦੇ ਨਾਲ ਜੁੜਿਆ ਰਵਾਂ। ਅੱਗੇ ਇਹਦੇ ਆਉਂਦਾ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹ ਤੋਂ ਅੱਗੇ ਫੇਰ ਦਾਨ ਮੰਗਿਆ ਸਿੱਖ ਨੇ। ਇਹ ਕਿਰਪਾ ਆਪਣੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਹੋ ਗੁਰਦੁਆਰਿਆਂ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਤੇ ਖੁੱਲੇ ਦਰਸ਼ਨ, ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਆਸ ਆ ਇਹਦੇ ਅੰਦਰੋਂ ਦਾਨ ਦਾ ਕਨਸੈਪਟ ਕਲੀਅਰ ਹੋ ਜਾਂਦਾ ਹੈ ਕਿ ਕਿਰਪਾ ਕਰ, ਇਹ ਅਕਾਲ ਪੁਰਖ, ਇਹ ਅੱਲਾ, ਇਹ ਵਾਹਿਗੁਰੂ, ਕਿ ਮੇਰੇ ਤੇ ਤਰਸ ਕਰਕੇ ਮੈਨੂੰ ਜਿਹੜੇ ਗੁਰ ਧਾਮ ਸਾਡੇ ਤੋਂ ਵਿਛੜੇ ਹੋਏ ਨੇ, ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਦਾਨ ਵੀ ਮੈਨੂੰ ਦੇ ਦੇ। ਉਹ ਦਾਨ ਵੀ ਮੈਨੂੰ ਦੇ ਦੇ, ਮੇਰੇ ਤੇ ਕਿਰਪਾ ਕਰ। ਹੁਣ ਜਿਹੜੇ ਸਾਡੇ ਕੋਲ ਚਾਰ ਸ਼ਬਦ ਨੇ, ਭੇਟ ਸ਼ਬਦ ਹੈ, ਜਿਹੜੇ ਸਤਿਕਾਰ ਨਾਲ ਦਿੱਤੇ ਜਾਂਦੇ ਆ, ਆਪਣੇ ਤੋਂ ਵੱਡਿਆਂ ਨੂੰ, ਆਪਣੇ ਤੋਂ ਜ਼ਿਆਦਾ ਸਤਿਕਾਰ ਨੂੰ, ਜਿਨ੍ਹਾਂ ਨੂੰ ਅਸੀਂ ਸਤਿਕਾਰ ਦੇਣਾ। ਦਾਨ ਜਿਹੜਾ ਸ਼ਬਦ ਆ, ਉਹ ਖੈਰਾਤ ਦੇ ਰੂਪ ਵਿੱਚ ਕਿਸੇ ਤੇ ਤਰਸ ਕਰਕੇ। ਸਾਡੇ ਕੋਲ ਜਿਹੜੇ ਹੋਰ ਸ਼ਬਦ ਨੇ, ਭੇਟ ਦੇ ਨਾਲ ਜੁੜਿਆ ਹੋਇਆ ਸ਼ਬਦ ਆ ਜਿਹੜਾ, ਉਹ ਡਨ, ਮਤਲਬ ਜ਼ਬਰਦਸਤੀ ਵਸੂਲਣ ਵਾਲਾ, ਜਿਹਨੂੰ ਜੁਰਮਾਨਾ ਕਹਿੰਦੇ ਨੇ। ਜਿਹੜਾ ਪੁੰਨ ਤੇ ਪਾਪ, ਪੁੰਨ ਦਾ ਮਤਲਬ ਹੈ ਨੇਕ ਕਾਰਜ, ਤੇ ਪਾਪ ਦਾ ਗੁਰਬਾਣੀ ਦੀ ਰੋਸ਼ਨੀ ਵਿੱਚ ਜਦੋਂ ਅਸੀਂ ਵਰਤਦੇ ਹਾਂ, ਪੁੰਨ ਦਾਨ ਚੰਗਿਆਈਆਂ, ਗੁਰਬਾਣੀ ਦਾ ਫਰਮਾਨ ਆ ਕਿ ਸਾਡੇ ਪੁੰਨ ਦਾਨ ਚੰਗਿਆਈਆਂ, ਬਿਨ ਸਾਥੀ ਕੇ ਪਾਸ ਆਪਾਂ ਇਹਦਾ ਜ਼ਿਕਰ ਕਰ ਚੁੱਕੇ ਹਾਂ। ਇਸ ਕਰਕੇ ਦਾਨ ਜਿਹੜਾ
ਦਸਵੰਧ ਹੈ, ਗੁਰੂ ਦੀ ਜਿਹੜੀ ਭੇਟਾ ਆ, ਉਹ ਅਸਲ ਦੇ ਵਿੱਚ ਉਹ ਤੇ ਗੁਰੂ ਦਾ ਹੱਕ ਆ, ਸਤਿਕਾਰ ਵਜੋਂ ਅਸੀਂ ਦੇਣਾ। ਇਸ ਕਰਕੇ ਦਾਨ ਸ਼ਬਦ ਅਸੀਂ ਜਾਣੇ ਅਣਜਾਣੇ ਵਿੱਚ ਵਰਤ ਤੇ ਲੈਂਦੇ, ਪਰ ਸਿੱਖ ਜਿਹੜਾ ਆ ਉਹ ਕਿਸੇ ਤੇ ਤਰਸ ਨਹੀਂ ਕਰਦਾ। ਜਿਹੜਾ ਦਸਵੰਧ ਉਹਨੇ ਕੱਢ ਦਿੱਤਾ ਉਹ ਤੇ ਗੁਰੂ ਦਾ ਹੀ ਹੈ, ਉਹਦੇ ਤੇ ਸਿੱਖ ਦਾ ਕੋਈ ਹੱਕ ਹੀ ਨਹੀਂ ਹੈ। ਜਿਹੜਾ ਗੁਰੂ ਦਾ ਹੈ, ਗੁਰੂ ਉਹਨੂੰ ਆਪਣੇ ਵੱਲੋਂ ਦੂਜਿਆਂ ਨੂੰ ਦਾਨ ਦਿੰਦਾ, ਨਾ ਕਿ ਸਿੱਖ ਦਿੰਦਾ। ਦਸਵੰਧ ਗੁਰੂ ਦਾ ਹੈ, ਗੁਰੂ ਕਿਉਂਕਿ ਦਿੱਤਾ ਇੱਕ ਹੈ, ਸਭ ਕੋ ਦੇਵਨਹਾਰ, ਜਿਹੜਾ ਸਾਰਿਆਂ ਨੂੰ ਦਿੰਦਾ। ਜਦੋਂ ਉਹਦੇ ਕੋਲ ਸਾਡੀ ਮਾਇਆ ਚੱਲੇਗੀ, ਹੁਣ ਉਹਨੇ ਦਾਨ ਦੇਣਾ। ਪਰ ਜਦੋਂ ਸਿੱਖ ਆਪਣਾ ਦਸਵੰਧ ਦਿੰਦਾ ਤੇ ਉਹ ਭੇਟ ਕਰਦਾ ਸਹਿਤ ਆਪਣੇ ਤੋਂ ਵੱਡੇ ਨੂੰ ਲੈ ਕੇ ਜਾਂਦੇ ਆ। ਜਦੋਂ ਅਸੀਂ ਫਿਰ ਦਾਨ ਦਿੰਦੇ ਆ, ਉਹ ਹੱਥ ਉਲਟਾ ਹੋ ਜਾਂਦਾ। ਇਸ ਕਰਕੇ ਗੁਰਬਾਣੀ ਦੇ ਅਨੁਸਾਰ ਦਾਨ, ਪੁੰਨ, ਦਾਨ, ਦੰਡ, ਇਹ ਸਾਰੇ ਸ਼ਬਦ ਗੁਰਬਾਣੀ ਦੇ ਅੰਦਰ ਆਏ ਨੇ। ਤੇ ਭੇਟ ਸ਼ਬਦ ਦਾ ਇੱਕ ਹੋਰ ਅਰਥ ਵੀ ਹੈ, ਜਿਹਨੂੰ ਅਸੀਂ ਮੁਲਾਕਾਤ ਕਹਿੰਦੇ ਆ, ਜਿਹਨੂੰ ਅਸੀਂ ਮਿਲਣਾ ਕਹਿੰਦੇ ਆ। ਇਹਦਾ ਜ਼ਿਕਰ ਵੀ ਗੁਰਬਾਣੀ ਦੇ ਅੰਦਰ ਆਇਆ। ਇਹਦੇ ਬਹੁਤ ਸਾਰੇ ਸ਼ਬਦ ਨੇ ਕੋਲ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ। ਤੀਰਥ ਤਪ ਭਾਵੇਂ ਦਿਲ ਕਾ ਮਨ, ਤੀਰਥਾਂ ਦੀ ਯਾਤਰਾ, ਤਪਾਂ ਦੀ ਸਾਧਨਾ, ਜੀਆਂ ਤੇ ਦਇਆ ਕਰਨੀ। ਜੇ ਕੋਈ ਵਡਿਆਈ ਵੀ ਮਿਲੇ ਤਾਂ ਉਹ ਛੋਟੀ ਜਿਹੀ ਹੁੰਦੀ ਆ। ਗੁਰਬਾਣੀ ਨੇ ਸਾਨੂੰ ਬਹੁਤ ਹੀ ਫਖਰ ਨਾਲ ਕਹਿਣਾ ਚਾਹੁੰਦਾ, ਉਹ ਇਹ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦਾਨ ਨੂੰ, ਭੇਟਾ ਨੂੰ, ਦੰਡ ਨੂੰ, ਪੁੰਨ ਨੂੰ, ਪਾਪ ਨੂੰ ਨਖੇੜਾ ਕਰਕੇ ਪੂਰੇ ਸੰਸਾਰ ਦੇ ਅੰਦਰ ਰੱਖਿਆ। ਤੇ ਮੈਨੂੰ ਅੱਜ ਫੇਰ ਯਾਦ ਆਉਂਦੀ ਹੈ ਉਹਨਾਂ ਅੰਗਰੇਜ਼ਾਂ ਦੀ, ਇਹ ਕਹਿੰਦੇ ਨੇ ਕਿ ਜਦੋਂ ਸੰਸਾਰ ਨੇ ਸਮਝਦਾਰ ਹੋ ਜਾਣਾ, ਉਦੋਂ ਦੁਨੀਆ ਦਾ ਇੱਕੋ ਹੀ ਇੱਕ ਧਰਮ ਹੋਣਾ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਧਰਮ ਹੋਣਾ ਆ। ਇਸ ਤੋਂ ਬਗੈਰ ਹੋਰ ਕੋਈ ਧਰਮ ਨਹੀਂ ਹੋਣਾ। ਅੱਜ ਜਦੋਂ ਅਸੀਂ ਦਾਨ ਦੇਣਾ, ਤੇ ਅਸੀਂ ਦਾਨ ਦੇਣ ਵਾਲੇ ਕੋਈ ਨਹੀਂ ਹਾਂ, ਦਾਨ ਦੇਣ ਵਾਲਾ ਕੱਲਾ ਦਾਤਾ ਆ। ਸਿੱਖ ਦਾ ਜਿਹੜਾ ਦਸਵੰਧ ਆ, ਉਹ ਗੁਰੂ ਕੋਲੇ ਚਲਾ ਗਿਆ, ਜਿਹਨਾਂ ਨੇ ਸਤਿਕਾਰ ਸਹਿਤ ਗੁਰੂ ਨੂੰ ਭੇਟ ਕੀਤਾ ਜੀ। ਜੇ ਕੋਈ ਤੁਹਾਡਾ ਹੋਰ ਸਵਾਲ ਹੈ ਭੈਣ ਜੀ, ਦਾਸ ਕੋਸ਼ਿਸ਼ ਕਰੇਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੁਰਬਾਣੀ ਦੇ ਰੋਸ਼ਨੀ ਦੇ ਵਿੱਚ ਆਪ ਜੀ ਨੂੰ ਆਪਣੇ ਵਿਚਾਰ ਉਹਦੇ ਤੇ ਦੇ ਸਕੇ। ਬਿਲਕੁਲ ਬਿਲਕੁਲ ਵੀਰ ਜੀ, ਬਹੁਤ ਸਹੀ ਕਿਹਾ ਤੁਸੀਂ। ਦਾਨ ਤੇ ਭੇਟਾ ਦੇ ਵਿੱਚ ਬਹੁਤ ਫਰਕ ਹੈ, ਤੇ ਦਾਨ ਦੇਣ ਦੇ ਅਸੀਂ ਕਾਬਿਲ ਨਹੀਂ ਹੈ। ਜਿੱਥੇ ਤੱਕ ਮੇਰੀ ਸੋਚ ਤੇ ਮੈਂ ਵੀ ਇਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ ਕਿ ਮੇਰੇ ਅਨੁਸਾਰ ਅਸੀਂ ਇਨਸਾਨ ਇਸ ਕਾਬਿਲ ਨਹੀਂ ਹੈ ਕਿ ਦਾਨ ਦੇ ਸਕੀਏ। ਦਾਨ ਦਾ ਮਤਲਬ ਹੈ ਕਿ ਅਸੀਂ ਕੁਝ ਪੈਦਾ ਕੀਤੇ ਤੇ ਉਹ ਚ ਦੇ ਰਹੇ। ਅਸੀਂ ਤਾਂ ਆਪ ਮਹਾਰਾਜ ਦੇ ਗੁਲਾਮ, ਅਸੀਂ ਤਾਂ ਆਪ ਉਸ ਵਾਹਿਗੁਰੂ ਦੇ ਗੁਲਾਮ ਆ। ਉਹ ਹੀ ਸਾਨੂੰ ਖਵਾ ਰਿਹਾ, ਉਹਨੇ ਸਾਨੂੰ ਪੈਦਾ ਕੀਤਾ, ਉਹਨੇ ਸਾਨੂੰ ਸਾਹ ਲੈਣ ਦੇ ਕਾਬਿਲ ਕੀਤਾ। ਹਾਂ, ਅਸੀਂ ਉਹਦੇ ਹੀ ਦਿੱਤੇ ਹੋਏ ਵਿੱਚੋਂ ਕੁਝ ਇੱਕ ਭੇਟਾ ਜ਼ਰੂਰਤਮੰਦ ਨੂੰ ਦੇ ਸਕਦੇ ਹਾਂ। ਤੇ ਉਹਦੇ ਲਈ ਆਪਾਂ ਉਹਨੂੰ ਦਾਨ ਕਹਿ ਕੇ ਵੀ ਮੈਂ ਦਾਨ ਦਿੱਤਾ ਤੇ ਮੈਂ 4 ਫੋਟੋਆਂ ਖਿਚਾਵਾਂ ਤੇ ਮੈਂ ਆਪਣੀ ਵਡਿਆਈ ਕਰਾਂ, ਤੇ ਉਹ ਬਹੁਤ ਗਲਤ ਗੱਲ ਹੈ। ਤੇ ਜਿੱਥੇ ਤੱਕ ਮੈਂ ਦੇਖ ਵੀ ਰਹੀ ਹਾਂ, ਪਹਿਲਾਂ ਤਾਂ ਸਿਰਫ ਇੰਡੀਆ ਦੇ ਵਿੱਚ ਵੀ ਸੀਗਾ, ਤੇ ਹੁਣ ਸਾਡੇ ਇੱਥੇ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਉਹ ਕਹਿੰਦੇ ਕਿ ਦੇਣਾ ਘੱਟ ਵਿਖਾਵਾ ਜ਼ਿਆਦਾ। ਤੇ ਵੱਡੀਆਂ ਹਸਤੀਆਂ ਵੀ ਇਸ ਚੀਜ਼ ਨੂੰ ਕਰ ਰਹੀਆਂ ਨੇ ਕਿ ਲੋੜਵੰਦਾਂ ਦੀ ਬਜਾਏ ਰੱਜਿਆਂ ਨੂੰ ਰਜਾਉਣ ਵਾਲੀ, ਜਿੱਦਾਂ ਗੁਰਮੇਲ ਸਿੰਘ ਵੀਰ ਜੀ ਨੇ ਕਿਹਾ ਕਿ ਰੱਜਿਆਂ ਨੂੰ ਰਜਾ ਕੇ 4 ਫੋਟੋਆਂ ਬਣਾ ਲੈਣੀਆਂ ਤੇ ਦਿਖਾਵਾ ਕਰਨਾ ਬਹੁਤ ਗਲਤ ਗੱਲ ਹੈ। ਅਸੀਂ ਦਾਨ ਦੇਣ ਦੇ ਲਾਇਕ ਹਜੇ ਤੱਕ ਨਹੀਂ ਹੋਏ, ਨਾ ਹੀ ਕਦੀ ਹੋ ਪਾਵਾਂਗੇ, ਕਿਉਂਕਿ ਅਸੀਂ ਆਪ ਉਸ ਮਹਾਰਾਜ ਦੇ ਬਣਾਏ ਹੋਏ ਗੁਰੂ ਮਹਾਰਾਜ ਦੇ ਪੁੱਤਰ ਹਾਂ। ਉਹਦੇ ਹੀ ਦਿੱਤੇ ਹੋਏ ਵਿੱਚੋਂ ਦਸਵੰਧ ਦੇ ਰੂਪ ਵਿੱਚ ਕਹਿ ਲਓ, ਜਾਂ ਉਸ ਮਾਲਕ ਨੇ ਸਾਨੂੰ ਡਿਊਟੀ ਲਾਈ ਹੈ ਕਿ ਥੋੜੀ ਭੇਟਾ ਤੁਸੀਂ ਹੋਰ ਜ਼ਰੂਰਤਮੰਦ ਨੂੰ ਦਿਓ, ਤੇ ਉਹ ਅਸੀਂ ਜ਼ਰੂਰ ਦੇ ਸਕਦੇ ਹਾਂ। ਤੇ ਉਹਦੇ ਲਈ ਵੀ ਜਿੱਥੋਂ ਤੱਕ ਹੋ ਸਕੇ ਵਿਖਾਵੇ ਵਾਲਾ ਕੰਮ ਨਾ ਕੀਤਾ ਜਾਵੇ ਤੇ ਬਹੁਤ ਜ਼ਿਆਦਾ ਵਧੀਆ ਹੈ। ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਤੇ ਸਾਡੀ ਸਿੱਖੀ ਦੀ ਮਰਿਆਦਾ ਅਨੁਸਾਰ, ਕਿਉਂਕਿ ਸਾਡੇ ਤਾਂ ਸਿੱਖ ਇਤਿਹਾਸ ਦੇ ਵਿੱਚ ਵੀ ਵਿਖਾਵਾ, ਚਮਤਕਾਰ, ਇਹ ਜਾਦੂਗਰੀ, ਇਹ ਸਭ ਚੀਜ਼ਾਂ ਇੱਕ ਹਿਸਾਬ ਦੀਆਂ ਕਹਿੰਦੇ ਕਿ ਬਿਲਕੁਲ ਇਸ ਚੀਜ਼ ਦਾ ਵਿਰੋਧ ਕੀਤਾ ਗਿਆ। ਸੋ ਜਿੱਥੇ ਅੱਜ ਅਸੀਂ ਕਰਦੇ ਕਿ ਅਸੀਂ ਗੁਰਸਿੱਖ ਹਾਂ ਤੇ ਪਾਠ ਪੂਜਾ ਕਰਦੇ, ਅਸੀਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਗੁਰੂ ਸਾਹਿਬ ਦੀ ਬਾਣੀ ਮੰਨਦੇ ਹਾਂ, ਉੱਚੀਆਂ ਸ਼ਖਸੀਅਤਾਂ ਬਣ ਗਈਆਂ ਨਹੀਂ, ਪਰ ਫਿਰ ਵੀ ਆਪਾਂ ਦਾਨ ਕਹਿ ਕੇ ਹੀ ਆਪਾਂ ਪ੍ਰਸਾਰਾ ਆਪਣੇ ਨਾਮ ਦਾ ਕਰ ਰਹੇ ਹਾਂ ਕਿ ਅਸੀਂ ਕਰ ਰਹੇ ਹਾਂ, ਅਸੀਂ ਕਰ ਰਹੇ ਹਾਂ, ਅਸੀਂ ਦੇ ਰਹੇ ਹਾਂ, ਤੇ ਉਹ ਸਾਨੂੰ ਸ਼ੋਭਾ ਨਹੀਂ ਦਿੰਦਾ। ਤੇ ਹਾਂਜੀ, ਤੁਸੀਂ ਵੀਰ ਜੀ, ਦਲੇਰ ਸਿੰਘ ਵੀਰ ਜੀ, ਤੁਸੀਂ ਕਹੋਗੇ ਕਿ ਕੁਛ ਕਿ ਅੱਜ ਕੱਲ੍ਹ ਜੋ ਵੀ ਇਹ ਵਿਖਾਵਾ ਚੱਲ ਰਿਹਾ ਹੈ, ਦਾਨ ਤੇ ਭੇਟਾ ਤੇ ਕੋਈ ਫਰਕ ਹੀ ਨਹੀਂ ਰੱਖਿਆ ਜਾ ਰਿਹਾ, ਤੇ ਸਿੱਖੀ ਦੇ ਨਾਲ
ਹਸਤੀਆਂ ਵੀ ਮੰਨੀਆਂ ਪਰ ਮੰਨੀਆਂ ਹਸਤੀਆਂ ਵੀ ਉਹ ਭੇਟਾਂ ਨੂੰ ਦਾਨ ਕਹਿ ਕੇ ਆਪਣੀ ਵਡਿਆਈ ਰਚਾਰੀਆਂ। ਦੇਖੋ ਜਿਹੜਾ ਨਾ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਕਨਸੈਪਟ ਦਿੱਤਾ ਹੈ ਨਾ, ਅਸੀਂ ਉਸ ਤੋਂ ਬਹੁਤ ਦੂਰ ਖੁੱਝ ਚੁੱਕੇ ਆ। ਅਸੀਂ ਗੁਰੂ ਸਾਹਿਬ ਨੇ ਕੱਢਿਆ ਸੀ, ਅਸੀਂ ਉੱਥੇ ਜਾ ਵੜੇ ਆ। ਫਿਰ ਜਿਸ ਤਰ੍ਹਾਂ ਹੁਣ ਤੁਸੀਂ ਹਿਸਾਬ ਲਾ ਲਓ, ਜਿਹੜਾ ਪਹਿਲੀ ਗੱਲ ਏ ਮੇਰੇ ਖਿਆਲ ਚ ਵਿਰਲੇ ਕਈ ਗੁਰਬਾਣੀ ਕਹਿੰਦੀ ਵੀ ਕੋਈ ਵਿਰਲਾ ਹੀ ਹੈ ਜਿਹੜਾ ਦਸਵੰਧ ਕੱਢਦਾ ਹੈ। ਜੇਕਰ ਉਹ ਕੱਢਦਾ ਹੈ ਉਹ ਹੰਕਾਰ ਦੇ ਵੱਸ ਹੋ ਕੇ ਕੱਢਦਾ, ਔਰ ਉਹ ਫਿਰ ਆਪਣਾ ਦਿਖਾਵਾ ਕਰਨਾ ਚਾਹੁੰਦਾ ਹੈ। ਇਸ ਕਰਕੇ ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਵੀ ਅਸੀਂ ਜੇ ਕੁਝ ਕੱਢੀਏ, ਦਾਨ ਕੱਢੀਏ, ਤਾਂ ਵਿਖਾਵਾ ਨਾ ਕਰੀਏ ਤੇ ਗੁਰੂ ਦੇ ਅਧੀਨ ਹੋ ਕੇ ਆਪਾਂ ਚੱਲੀਏ। ਜੋ ਗੁਰੂ ਨੇ ਸਾਨੂੰ ਦੱਸਿਆ ਤਾਂ ਅਸੀਂ ਜ਼ਰੂਰ ਆਪਣੀ ਜ਼ਿੰਦਗੀ 'ਚ ਸਫਲ ਹੋ ਪਾਵਾਂਗੇ ਤੇ ਉਹ ਜਿਹੜਾ ਗਰੀਬਾਂ ਦਾ ਭਲਾ ਕਰ ਸਕਾਂਗੇ। ਜੇਕਰ ਅਸੀਂ ਜਿੰਨੀ ਸਾਡੀ ਸਿੱਖ ਕੌਮ ਹੈ ਨਾ, ਅਸੀਂ ਜੇ ਆਪਣਾ ਦਸਵੰਧ ਕੱਢ ਕੇ ਤੇ ਚੰਗੇ ਪਾਸੇ ਲਾਈਏ ਨਾ, ਜਿਹੜੇ ਸਾਡੇ ਵੀਰ ਭੁੱਖੇ ਮਰਦੇ ਪਏ ਨੇ ਜਾਂ ਸਾਡੇ ਜਿਹੜੇ ਹੋਰ ਫੈਮਲੀਆਂ ਨੇ, ਉਹ ਵੀ ਖੁਸ਼ਹਾਲ ਹੋ ਜਾਣ। ਬਿਲਕੁਲ ਸਾਡਾ ਜਿਹੜਾ ਇੱਕ ਤਰੀਕਾ ਚਲਾਇਆ ਸੀ ਨਾ ਗੁਰੂ ਸਾਹਿਬ ਜੀ ਨੇ, ਬਹੁਤ ਵਧੀਆ ਚਲਾਇਆ ਸੀਗਾ। ਜਿਵੇਂ ਉਹ ਸਾਡੀ ਜਿਹੜੀ ਸਾਰੀ ਨੀਤੀ ਸੀ ਉਹ ਸਾਰੀ ਹਜੂਸ਼ਾਂ ਨੇ ਫਾਲੋ ਕੀਤੀ ਹੈ ਉਹਨਾਂ ਨੇ, ਕਿਉਂਕਿ ਉਹਨਾਂ ਦਾ ਕੋਈ ਹੁਣ ਵੀ ਬੰਦਾ ਆਉਂਦਾ ਹੈ ਬਾਹਰ, ਉੱਥੋਂ ਦੀ ਆਉਂਦਾ, ਉਹਨੂੰ ਸਾਰੇ ਉਹ ਪੈਸਾ ਦਿੰਦੇ ਨੇ, ਉਹਨੂੰ ਇਕੱਠਾ ਕਰਕੇ ਉਹਨੂੰ ਬਿਜ਼ਨਸ ਖੋਲ ਕੇ ਦਿੰਦੇ ਨੇ, ਉਹਨੂੰ ਫਿਰ ਆਪਣੇ ਬਰਾਬਰ ਖੜਾ ਕਰ ਦਿੰਦੇ ਨੇ। ਬਰਾਬਰ ਖੜਾ ਕਰ ਦਿੰਦੇ ਨੇ। ਅਸੀਂ ਜੋ ਸਾਡੀਆਂ ਚੀਜ਼ਾਂ ਸੀ ਜਿਹੜੀਆਂ, ਉਹ ਸਾਰੀਆਂ ਦੂਸਰੇ ਧਰਮਾਂ ਨੇ ਮੰਨ ਲਈਆਂ, ਉਹ ਉਸ ਤੋਂ ਲੱਗ ਪਏ, ਲੇਕਿਨ ਅਸੀਂ ਉਸ ਤੋਂ ਦੂਰ ਹੋ ਗਏ। ਅਸੀਂ ਦੂਰ ਹੋ ਗਏ। ਹਾਂਜੀ, ਇਸ ਕਰਕੇ ਸਾਨੂੰ ਗੁਰੂ ਨੂੰ ਬੜੇ ਨੇੜੇ ਹੋ ਕੇ ਬਾਚਣਾ ਪਏਗਾ। ਜੋ ਗੁਰੂ ਸਾਹਿਬ ਨੇ ਕਿਹਾ, ਜਿਹੜੀ ਤੁਸੀਂ ਕਰਾਮਾਤਾਂ ਦੀ ਗੱਲ ਕਹੀ ਹੈ, ਉਹਨਾਂ 'ਚ ਅਸੀਂ ਰੁੱਝ ਗਏ ਆ। ਜਿਹੜਾ ਕੋਈ ਕਰਾਮਾਤ ਦਿਖਾਉਂਦਾ ਜਾਂ ਕੋਈ ਕਰਾਮਾਤ ਦੀ ਗੱਲ ਕਰਦਾ, ਹੁਣ ਇਤਿਹਾਸ ਪੜ੍ਹ ਲਓ, ਜਿੱਥੇ ਕਰਾਮਾਤ ਦੀ ਗੱਲ ਆਉਂਦੀ ਉੱਥੇ ਅਸੀਂ ਸਿਰ ਮਾਰਦੇ ਆ, ਵਾਹ 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 ਵਾਹ। ਲੇਕਿਨ ਜਿਹੜੇ ਗੁਰੂ ਮਹਾਰਾਜ ਨੇ ਕਿਹਾ ਕਰਾਮਾਤ ਕਹਿਰ ਦਾ ਨਾਂ ਹੈ ਇਹ, ਲੇਕਿਨ ਗੁਰੂ ਸਾਹਿਬ ਜੀ ਨੇ ਕਿਤੇ ਕਰਾਮਾਤ ਨਹੀਂ ਦਿਖਾਈ, ਉਹਨੇ ਕਰਕੇ ਦਿਖਾਇਆ। ਤੱਤੀ ਤਵੀ ਤੇ ਬੈਠੇ ਤਾਂ ਵੀ ਕਰਕੇ ਦਿਖਾਇਆ। ਜੇ ਬਣਾ ਕੇ ਦਿਖਾਇਆ, ਬੱਚੇ ਨੀਏ ਚਲਾਏ, ਚਮਕੌਰ ਦੀ ਗੜੀ 'ਚ ਬੱਚੇ ਬਣਾਏ, ਉਹ ਕੀ ਨਹੀਂ ਕਰ ਸਕਦੇ, ਬੜੀਆਂ ਸ਼ਕਤੀਆਂ ਦੇ ਨਾਲ ਸੀ, ਸਭ ਕੁਝ ਕਰ ਸਕਦੇ ਸੀ, ਬਿਲਕੁਲ ਤਖਤ ਪਲਟ ਕਰ ਸਕਦੇ ਸੀ। ਲੇਕਿਨ ਉਹਨਾਂ ਨੇ ਜਿਹੜੀ ਆਉਣ ਵਾਲੀ ਜਿਹੜੀ ਜਨਰੇਸ਼ਨ ਸੀ ਉਹਨੂੰ ਦੱਸਣਾ ਕੀ ਸੀ, ਸੰਦੇਸ਼ ਕੀ ਦੇਣਾ ਸੀ ਵੀ ਜਿਹੜੇ ਤਰੀਕੇ ਨਾਲ ਅਸੀਂ ਚੱਲੇ ਉਸ ਤਰੀਕੇ ਨਾਲ ਅਸੀਂ ਆਪਣੇ ਜੋ ਲਿਖਿਆ ਸੀ ਉਹਨੂੰ ਹੰਢਾ ਕੇ ਵੀ ਦਿਖਾਇਆ। ਤੇ ਅਸੀਂ ਜਿਹੜਾ ਕਰਾਮਾਤਾਂ ਤੇ ਵਿਸ਼ਵਾਸ ਨਹੀਂ ਕਰਨਾ, ਅਸੀਂ ਜਿਹੜੀ ਚੀਜ਼ ਕਰਕੇ ਪ੍ਰਤੱਖ ਕਰਨੀ, ਉਹਨੂੰ ਹਾਸਲ ਕਰਨੀ ਹੈ। ਹਾਂਜੀ ਹਾਂਜੀ ਗੁਰਮੇਲ ਸਿੰਘ ਵੀਰ ਜੀ, ਤੁਸੀਂ ਕੋਈ ਆਪਣੇ ਜੋ ਕੁਝ ਇੰਡੀਆ 'ਚ ਅਸੀਂ ਸੁਣਦੇ ਸੀ ਉਹੀ ਕੁਝ ਸਾਡੇ ਨਾਲ ਇੱਥੇ ਵੀ ਹੋ ਰਿਹਾ ਹੈ, ਉਹੀ ਸਭ ਕੁਝ ਆਈ ਨੋ ਕਿ ਤੁਸੀਂ ਸਭ ਕੁਝ ਉਸ ਬਾਰੇ ਕਹੋਗੇ। ਠੀਕ ਹੈ, ਮੈਂ ਸਭ ਤੋਂ ਪਹਿਲਾਂ ਤਾਂ ਮੈਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਮੈਂ ਆਪਣੇ ਵੱਲ ਹੀ ਉਂਗਲ ਕਰਦਾ ਹਾਂ। ਬਿਲਕੁਲ, ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ। ਕਈ ਵਾਰੀ ਇਹ ਮਨ ਐਸਾ ਚੰਚਲ ਹੈ, ਜਦੋਂ ਕਿਤੇ ਸਾਡੀ ਫੋਟੋ ਵੀ ਨਾ ਲੱਗੇ ਤੇ ਅਸੀਂ ਵੀ ਇਤਰਾਜ਼ ਕਰਦੇ ਹਾਂ, ਯਾਰ ਦੂਸਰੇ ਦੀ ਲੱਗੀ ਸਾਡੀ ਨਹੀਂ ਲੱਗਦੀ। ਮੈਂ ਐਕਚੁਅਲੀ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਨਾਲ ਆਪਣੇ ਆਪ ਨੂੰ ਵੀ ਉਸ ਦਾ ਹੱਕਦਾਰ ਰੱਖਦਾ। ਬਿਲਕੁਲ ਬਿਲਕੁਲ, ਇੰਨੀ ਮਤਲਬ ਰੱਖਣੀ ਚਾਹੀਦੀ ਹੈ ਵੀ ਆਪਾਂ ਆਪਣੇ ਆਪ ਨੂੰ ਵੀ ਵਿੱਚ ਤਕੜੀ 'ਚ ਤੋਲ ਸਕੀਏ ਵੀ ਅਸੀਂ ਵੀ ਹੈ। ਹਾਂਜੀ, ਪਰ ਕੋਸ਼ਿਸ਼ ਹੈ ਜਿੰਨੀ ਸਮਝ ਆ ਰਹੀ ਹੈ ਉਹਦੇ ਮੁਤਾਬਕ ਇਹੀ ਹੈ ਕਿ ਇਤਿਹਾਸ ਪੜ੍ਹਿਆ ਕੁਝ, ਹੁਣ ਲੋਕਡਾਊਨ ਦੇ ਵਿੱਚ ਵੀ ਕੁਝ ਸਮਾਂ ਪੜ੍ਹਨ ਦਾ ਲੱਗਿਆ ਤੇ ਚਿੱਤ ਲਾ ਕੇ ਪੜ੍ਹਿਆ। ਇੱਕ ਮਨ ਦੇ ਵਿੱਚ ਉਹ ਸਾਰਾ ਦ੍ਰਿਸ਼ ਜਿਹੜਾ ਸੀ ਉਹ ਸਾਹਮਣੇ ਸੀ, ਇਨਸਾਨ ਕੀ ਹੈ। ਇੱਕ ਛੋਟਾ ਜਿਹਾ ਵਾਇਰਸ ਜਿਹੜਾ ਹੈ ਉਹਦੇ ਨਾਲ ਲੜਨ ਜੋਗਾ ਵੀ ਨਹੀਂ ਹੈ। ਇਨਸਾਨ ਜਿਹੜਾ ਹੈ ਜਾਂ ਜਿਹੜੀ ਜਿਹਨੂੰ ਅਸੀਂ ਲੈ ਕੇ ਇੰਨੇ ਹਉਮੈ 'ਚ ਤੁਰੇ ਫਿਰਦੇ ਆ, ਕਿੰਨੀ ਕੁ ਹਸਤੀ ਦੇ ਮਾਲਕ ਹਾਂ ਅਸੀਂ। ਬਿਲਕੁਲ ਬਿਲਕੁਲ, ਉਹ ਪੂਰਾ ਜਿਹੜਾ ਨਜ਼ਰੀਆ ਹੈ ਨਾ, ਉਹ ਇਸ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਨ੍ਹਾਂ ਨੂੰ ਥੋੜੀ ਬਹੁਤੀ ਗੁਰਬਾਣੀ ਦਾ ਜਾਂ ਗੁਰੂਆਂ ਦੀ ਮੱਤ ਦਾ ਗਿਆਨ ਹੈ, ਉਹਨਾਂ ਨੂੰ ਤਾਂ ਇਹ ਜ਼ਰੂਰ ਚੇਤੇ ਆਇਆ ਕਿ ਅਸੀਂ ਕੀ ਹਾਂ ਤੇ ਅਸੀਂ ਕੀ ਲੈ ਕੇ ਚਲੇ ਜਾਣਾ ਜਾਂ ਅਸੀਂ ਕੀ ਛੱਡ ਜਾਣਾ ਪਿੱਛੇ। ਜੇ ਇਸ ਸਮੇਂ ਦੇ ਵਿੱਚ ਇਹ ਸ਼ਾਇਦ ਇੱਕ ਇਹੋ ਜਿਹਾ ਝਟਕਾ ਸੀ ਇਨਸਾਨੀਅਤ ਨੂੰ ਜਾਂ ਸਾਨੂੰ ਸਮਝਣ ਲਈ ਕਿ ਅਸੀਂ ਕੀ ਹਾਂ ਤੇ ਸਾਡੀ ਹਸਤੀ ਕੀ ਹੈ। ਅਸੀਂ ਡਰ ਕੇ ਅੰਦਰ ਬੈਠ ਗਏ ਤੇ ਇਸ ਸਮੇਂ ਜਿਹੜਾ ਗੁਰਬਾਣੀ ਪੜ੍ਹਨ ਤੇ ਵੀ ਜਿਹੜਾ ਥੋੜੀ ਜਿਹੀ ਜ਼ਿਆਦਾ ਚਿੱਤ ਲੱਗਿਆ ਤੇ ਸਮਝ ਆਈ ਹੈ ਵੀ ਅਸੀਂ ਅੱਜ ਤੱਕ ਕਿੱਥੇ ਇੱਕ ਖੁੰਝੇ ਫਿਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਿੱਖ
ਪੰਥ ਸ਼ੁਰੂ ਕੀਤਾ ਸੀ ਤੇ 10ਵੀਂ ਪਾਤਸ਼ਾਹੀ ਤੇ ਜਾ ਕੇ ਸੰਪੂਰਨ ਹੋਇਆ। ਉਹਨਾਂ ਨੇ ਬਾਬੇ ਨਾਨਕ ਨੇ ਜੋ ਵੀ ਕਿਹਾ ਸੀ ਉਸ ਤੇ ਸਾਰੀ 9 ਪਾਤਸ਼ਾਹੀਆਂ ਨੇ ਪਹਿਰਾ ਦੇ ਕੇ ਉਹ ਸੰਪੂਰਨਤਾ ਜਿਹੜੀ ਸੀ ਉਹ 10ਵੇਂ ਜਾਮੇ ਦੇ ਵਿੱਚ ਪੂਰੀ ਕੀਤੀ। ਜੇ ਸਿਰ ਤੱਕ ਤਲੀ ਗਲੀ ਮੇਰੀ ਆਓ ਦੀ ਮੰਗ ਗੁਰੂ ਨਾਨਕ ਦੇਵ ਜੀ ਨੇ ਕੀਤੀ ਤੇ 10ਵੀਂ ਪਾਤਸ਼ਾਹੀ ਨੇ ਉਹਨੂੰ ਸੰਪੂਰਨ ਕੀਤਾ ਤੇ ਹਾਜ਼ਰ ਨਾਜ਼ਰ ਉਸ ਸਿਰ ਦੇਣ ਲਈ ਸਿੱਖ ਤਿਆਰ ਹੋਏ। ਇਹ ਇੱਕ ਸਿੱਖੀ ਦਾ ਫਲਸਫਾ ਸੀ। ਇਹ ਇੱਕ ਸਿੱਖੀ ਦੀ ਜਿਹੜੀ ਗੁਰੂ ਨਾਨਕ ਦੀ ਦੇਣ ਜਿਹੜੀ ਹੈ ਉਹ ਇਸ ਸਮਾਜ ਨੂੰ, ਸਿੱਖ ਸਮਾਜ ਨੂੰ ਜਾਂ ਹੋਰ ਧਰਮਾਂ ਲਈ ਵੀ ਸੀ, ਪਰ ਜਿਨ੍ਹਾਂ ਨੇ ਮੰਨਿਆ ਉਹ ਸਿੱਖ ਬਣ ਗਏ, ਜਿਨ੍ਹਾਂ ਨੇ ਨਹੀਂ ਮੰਨਿਆ ਉਹ ਨਹੀਂ ਸਿੱਖ ਬਣ ਸਕੇ। ਪਰ ਸਿੱਖ ਬਣਨ ਲਈ ਜਿਹੜੀ ਹੈ ਉਹ ਸਾਰਿਆਂ ਨੂੰ ਹੀ ਹੁਕਮ ਹੈ ਜਾਂ ਸਾਰੇ ਹੀ ਮੰਨ ਸਕਦੇ ਨੇ, ਇੱਥੇ ਕਿਸੇ ਨੂੰ ਵੀ ਕੋਈ ਪਾਬੰਦੀ ਨਹੀਂ। ਇਸ ਕਰਕੇ ਮੇਰੀ ਜਿਹੜੀ ਸੋਚ ਹੈ ਉਹ ਤਾਂ ਇਹੀ ਹੈ ਵੀ ਦੇਣ ਵਾਲਾ ਤਾਂ ਉਹ ਆਪ ਹੈ, ਤਾਂ ਜਿਸ ਤੇ ਉਸ ਦੀ ਰਹਿਮਤ ਹੋਵੇ ਉਸ ਨੂੰ ਉਹ ਦਿੰਦਾ ਹੈ। ਪਰ ਉਹਦੇ ਨਾਲ ਜਿਹੜਾ ਹੁਕਮ ਹੈ, ਜੇ ਰੱਬ ਨੇ ਤੁਹਾਨੂੰ ਦਿੱਤਾ ਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਖਰਚਣਾ ਹੈ, ਕਿੱਥੇ ਲਾਣਾ ਹੈ, ਇਹ ਪੂਰਾ ਗੁਰਬਾਣੀ ਦੇ ਵਿੱਚ ਹੁਕਮ ਸਾਨੂੰ ਸੁਣਾਇਆ ਗਿਆ ਹੈ। ਤੇ ਪਰ ਅਸੀਂ ਜਦੋਂ ਫਿਰ ਇਹ ਛੋਟੀ ਛੋਟੀਆਂ ਗੱਲਾਂ ਤੋਂ ਇੱਕ ਫੋਟੋ ਖਿਚਾਉਣ ਤੱਕ ਦੀ ਗੱਲ ਰਹਿ ਜਾਂਦੀ ਹੈ, ਜੋ ਆਪਣਾ ਨਾਂ, ਮੇਰਾ ਨਾਂ ਨਹੀਂ ਆਇਆ, ਤੇਰਾ ਨਾਂ ਨਹੀਂ ਆਇਆ, ਇੱਥੇ ਤੱਕ ਜਦੋਂ ਗੱਲ ਰਹਿ ਜਾਂਦੀ ਹੈ, ਫਿਰ ਸਾਨੂੰ ਸੋਚਣਾ ਚਾਹੀਦਾ ਵੀ ਅਸੀਂ ਗੁਰਬਾਣੀ ਨੂੰ ਕਿੰਨਾ ਕੁ ਜਾਣਿਆ। ਬਿਲਕੁਲ। ਅਸੀਂ ਸੋਚਦੇ ਹਾਂ ਕਿ ਅਸੀਂ ਆਪਣਾ ਬਚਪਨ ਤੋਂ ਲੱਗ ਕੇ, ਮੈਨੂੰ ਲੱਗਦਾ ਮੈਂ ਜਿਹੜੀਆਂ ਗੱਲਾਂ ਆਪਣੀ ਦਾਦੀ ਕੋਲੋਂ ਸੁਣੀਆਂ ਸੀ ਮੈਨੂੰ ਅੱਜ ਵੀ ਯਾਦ ਨੇ, ਤੇ ਉਹ ਮੈਨੂੰ ਜ਼ਿਆਦਾ ਮੇਰੇ ਤੇ ਅਸਰ ਕਰਦੀਆਂ ਨੇ ਜਿੰਨੀ ਮੇਰੀ ਆਪਣੀ ਸੋਚ ਤੋਂ ਜ਼ਿਆਦਾ। ਉਹਨਾਂ ਨੇ ਸਿੱਖੀ ਨਾਲ ਜੁੜਨ ਲਈ ਸਾਨੂੰ ਇੱਕ ਛੋਟੀਆਂ ਕਹਾਣੀਆਂ ਸੁਣਾਈਆਂ ਸੀ, ਪਰ ਉਹ ਅਜੇ ਵੀ ਉਹ ਜ਼ਿਆਦਾ ਅਸਰਦਾਰ ਨੇ। ਪਰ ਜਦੋਂ ਅਸੀਂ ਆਪਣੀ ਸੋਚ ਲੈ ਕੇ ਚੱਲਦੇ ਹਾਂ, ਮੈਨੂੰ ਲੱਗਦਾ ਵੀ ਅਸੀਂ ਫਿਰ ਵੀ ਕਿਤੇ ਨਾ ਕਿਤੇ ਕਮਜ਼ੋਰੀ ਲੈ ਜਾਂਦੇ ਹਾਂ ਆਪਣਾ ਆਪ ਦਿਖਾਉਣ ਲਈ। ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਨੂੰ ਮੰਨੀਏ ਤੇ ਗੁਰਬਾਣੀ ਤੇ ਚੱਲੀਏ, ਤੇ ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਉਹਨੂੰ ਮੰਨੀਏ। ਮੈਂ ਦੇਖਦਾ ਵੀ ਕਿੰਨੀ ਲੜਾਈ ਚੱਲ ਰਹੀ ਹੈ, ਕਿੰਨਾ ਕੁਛ ਚੱਲ ਰਿਹਾ ਹੈ। ਅਸੀਂ ਅਜੇ ਤੱਕ ਵੀ, ਸਾਡੇ ਵੱਡੇ ਵਿਦਵਾਨਾਂ ਨੇ ਵੀ, ਜਾਂ ਜਿਹੜੇ ਵੱਡੇ ਆਪਣੇ ਆਪ ਨੂੰ ਦਾਅਵੇਦਾਰ ਸਮਝਦੇ ਨੇ ਕਿ ਅਸੀਂ ਬਹੁਤ ਮੈਂ 1 ਮਿੰਟ ਲਵਾਂਗਾ ਹੁਣ, ਬੜੇ ਆਪਣੇ ਆਪ ਨੂੰ ਦਾਅਵੇਦਾਰ ਸਮਝਦੇ ਨੇ ਕਿ ਉਹ ਸਮਝਦੇ ਨੇ ਕਿ ਅਸੀਂ ਬਹੁਤ ਗੁਰਬਾਣੀ ਦਾ ਅਧਿਐਨ ਕੀਤਾ ਹੈ, ਬਹੁਤ ਪੜ੍ਹੀ ਹੈ। ਪਰ ਜਦੋਂ ਜਿੱਥੇ ਕਰਾਮਾਤ ਦੀ ਗੱਲ ਆਉਂਦੀ ਹੈ ਨਾ, ਉਹ ਫਿਰ ਉੱਥੇ ਗੁਰੂ ਸਾਹਿਬ ਨੂੰ ਕਰਾਮਾਤੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਗੁਰੂ ਸਾਹਿਬ ਜੀ ਨੇ, ਬਾਬੇ ਨਾਨਕ ਨੇ ਕਿਹਾ ਸੀ ਕਰਾਮਾਤ ਜਿਹੜੀ ਹੈ ਉਹ ਕਹਿਰ ਦਾ ਨਾਂ ਆ, ਤੇ ਕਰਾਮਾਤ ਜਿਹੜੀ ਆ ਉਹ ਇੱਕੋ ਹੀ ਕਰ ਸਕਦਾ ਹੈ ਜਿਹੜਾ ਇਸ ਸ੍ਰਿਸ਼ਟੀ ਨੂੰ ਸਿਰਜਣਹਾਰ ਹੈ, ਉਹਦੀ ਕਰਾਮਾਤ ਹੀ ਹੈ। ਬਿਲਕੁਲ ਸਹੀ ਕਿਹਾ ਵੀਰ ਜੀ। ਹਾਂਜੀ। ਪਰ ਅਸੀਂ ਜਿਹੜਾ ਸਾਡਾ ਸਿੱਖਾਂ ਦੇ ਵਿੱਚ ਵੀ ਬਹੁਤ ਸਾਰਾ ਜ਼ੋਰ ਲੱਗਿਆ ਹੈ, ਉਹ ਗੁਰੂ ਸਾਹਿਬ ਨੂੰ ਕਰਾਮਾਤੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਹ ਨਹੀਂ ਸਮਝਦੇ ਗੁਰੂ ਸਾਹਿਬ ਜੀ ਨੇ ਜੇ ਕਰਾਮਾਤ ਹੀ ਦਿਖਾਣੀ ਹੁੰਦੀ ਤੇ ਤਵੀ ਤੇ ਬਹਿਣ ਦੀ ਕੀ ਲੋੜ ਸੀ, ਉਹਨਾਂ ਨੇ ਤੇ ਸਾਰਾ ਕੁਝ ਹੀ ਕਰ ਦੇਣਾ ਸੀ। ਉਹਨਾਂ ਨੇ ਕਸ਼ਟ ਸਹਾਰੇ, ਪਰਿਵਾਰ ਆਪਣਾ ਕੁਰਬਾਨ, ਸਾਡੇ ਗੁਰੂ ਨੇ ਕੀ ਜ਼ਰੂਰਤ ਸੀ, ਉਹ ਵੀ ਏਦਾਂ ਹੀ ਕਰ ਲੈਂਦੇ। ਬਿਲਕੁਲ ਸਹੀ। ਉਹ ਤਾਂ ਕਰਾਮਾਤ ਨਾਲ ਇੰਨਾ ਕੁਛ ਇਸ ਧਰਤੀ ਤੇ ਲਿਆ ਸਕਦੇ ਸੀ, ਖਾ ਸਕਦੇ ਸੀ, ਪਰ ਅਸੀਂ ਤਾਂ ਫਿਰ ਉੱਥੇ ਅੜੇ ਆ। ਉਹ ਗੁਰੂ ਮਹਾਰਾਜ ਨੇ ਉਹ ਛੋਟੀਆਂ ਨਾ, ਉਹ ਇੱਕ ਇਹੋ ਜਿਹੀਆਂ ਸਿੱਖ ਧਰਮ ਦੇ ਵਿੱਚ ਵਿਰੋਧੀਆਂ ਨੇ, ਜੇ ਕਹਿ ਲਓ, ਜਾਂ ਅਗਿਆਨਤਾ ਮੁਤਾਬਕ ਜਿਹੜੀਆਂ ਉਹ ਸਾਡੇ ਦੇ ਵਿੱਚ ਇਹੋ ਜਿਹੀਆਂ ਸਟੋਰੀਆਂ ਪਾ ਦਿੱਤੀਆਂ, ਇਹੋ ਜਿਹੀਆਂ ਕਹਾਣੀਆਂ ਪਾ ਦਿੱਤੀਆਂ ਕਿ ਉਹ ਗੁਰੂ ਸਾਹਿਬ ਨੂੰ ਨਾ ਛੋਟੀਆਂ ਕਰਾਮਾਤ ਦਿਖਾ ਦਿੱਤਾ। ਅਸੀਂ ਅਜੇ ਵੀ ਉਹਨਾਂ ਤੇ ਵਿਸ਼ਵਾਸ ਕਰਕੇ ਬੈਠੇ ਹਾਂ। ਪਰ ਉਹ ਜਿਹੜੀ ਹੈ, ਜੇ ਅਸੀਂ ਧਿਆਨ ਨਾਲ ਗੁਰਬਾਣੀ ਨੂੰ ਪੜ੍ਹੀਏ ਜਾਂ ਸਮਝੀਏ, ਬਹੁਤ ਸਾਰੀ ਤਾਂ ਆਪਾਂ ਵੀ ਨਹੀਂ ਸਮਝੀ, ਪਰ ਜਿੰਨੀ ਕਿ ਸਮਝ ਆਉਂਦੀ ਹੈ ਉਹ ਇਹੀ ਹੈ, ਗੁਰੂ ਸਾਹਿਬ ਨੇ ਉਸ ਕਰਤਾ ਪੁਰਖ ਨੂੰ ਹੀ ਕਰਾਮਾਤੀ ਦਿਖਾਇਆ, ਕਿਸੇ ਇਨਸਾਨ ਨੂੰ ਜਾਂ ਕਿਸੇ ਹੋਰ ਨੂੰ ਨਹੀਂ। ਜਿਹੜੇ ਕਰਾਮਾਤਾਂ ਦਿਖਾਉਣ ਵਾਲੇ ਪਹਾੜਾਂ ਦੇ ਵਿੱਚ ਬੈਠੇ ਸੀ, ਵੱਡੇ ਸਾਡੇ ਗੋਸ਼ਟ ਜਿਨ੍ਹਾਂ ਨਾਲ ਹੋਈ, ਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਦਿਖਾਇਆ ਵੀ ਇਹ ਤੁਹਾਡੀਆਂ ਕਰਾਮਾਤਾਂ ਜਿਹੜੀਆਂ ਨੇ ਕਿਸੇ ਕੰਮ ਨਹੀਂ ਆਉਣੀਆਂ, ਇਹ ਤੇ ਸਿਰਫ ਤੁਸੀਂ ਇੱਥੇ ਹੀ ਲੈ ਕੇ ਬੈਠੇ ਹੋ। ਤੇ ਅੱਗੇ ਜਿਹੜਾ ਇਹ ਇੱਕ ਜੀਵਨ ਦਾ ਆਧਾਰ ਨਹੀਂ ਹੈਗਾ ਵੀ ਕਰਾਮਾਤਾਂ ਸਿੱਖ ਕੇ ਜਾਂ ਉਹਨਾਂ ਨੂੰ ਕਰਕੇ ਤੇ ਕਿਸੇ ਤੇ ਪ੍ਰਭਾਵ ਪਾ ਕੇ ਤੇ ਆਪਣੇ ਆਪ ਨੂੰ ਚਮਤਕਾਰੀ ਦਿਖਾ ਕੇ ਤੁਸੀਂ ਆਪਣੀ ਜੀਵਨ ਦਾ ਪਾਰ ਉਤਾਰਾ ਨਹੀਂ ਕਰ ਸਕਦੇ। ਤੇ ਫਿਰ ਅਸੀਂ ਉਹੀ ਗੁਰੂ ਸਾਹਿਬ ਨੂੰ ਕਰਾਮਾਤੀ ਦਿਖਾ ਰਹੇ ਹਾਂ।
ਅੱਗੇ ਜਿਹੜੇ ਮੰਨਣ ਵਾਲੇ ਨੇ, ਅਜੇ ਵੀ ਮੈਨੂੰ ਪਤਾ ਹੈ ਬਹੁਤ ਸਾਰੀਆਂ ਕਈ ਵਾਰੀ ਕਈਆਂ ਨਾਲ ਸਿੰਘ ਫਸ ਜਾਂਦੇ ਨੇ, ਉਹ ਗੁਰੂ ਸਾਹਿਬ ਨੂੰ ਕਰਾਮਾਤੀ ਦਿਖਾਉਂਦੇ ਨੇ, ਸਮਝਦੇ ਨੇ ਵੀ ਉਹ ਤੇ ਬਹੁਤ ਕਰਾਮਾਤੀ ਸੀ। ਤੇ ਮੈਨੂੰ ਤਾਂ ਮੇਰੀ ਸੋਚ ਮੁਤਾਬਕ ਤਾਂ ਇਹੀ ਹੈ ਕਿ ਦੇਣ ਵਾਲਾ ਇੱਕੋ ਹੈ, ਗੁਰਬਾਣੀ ਵੀ ਕਹਿੰਦੀ ਹੈ ਉਹ ਦੇਣ ਵਾਲਾ ਹੈ, ਉਹ ਦਾਤਾ ਹੈ, ਤੇ ਅਸੀਂ ਜਿਹੜੇ ਭਿਖਾਰੀ ਹਾਂ। ਪਰ ਜੋ ਸਾਡੇ ਕੋਲ ਵੀ ਉਹਨੇ ਦਿੱਤਾ ਹੈ ਤੇ ਸਾਡੀ ਜ਼ਰੂਰਤ ਤੋਂ ਜ਼ਿਆਦਾ ਹੈ, ਤੇ ਸਾਨੂੰ ਚਾਹੀਦਾ ਉਹ ਜ਼ਰੂਰਤਮੰਦਾਂ ਨਾਲ ਸ਼ੇਅਰ ਕਰਨਾ। ਤੇ ਸਾਨੂੰ ਇਹ ਸੋਚ ਕੇ ਸ਼ੇਅਰ ਕਰਨਾ ਚਾਹੀਦਾ, ਜਿਹੜੇ ਜਿੱਥੇ ਜ਼ਰੂਰਤ ਹੈ ਉੱਥੇ ਕਰਨਾ ਚਾਹੀਦਾ, ਜਿੱਥੇ ਜ਼ਰੂਰਤ ਨਹੀਂ, ਜੇ ਅਸੀਂ ਸ਼ਾਇਦ ਕਿਸੇ ਇਹੋ ਜਿਹੀ ਜਗ੍ਹਾ ਤੇ ਜੇ ਦੇ ਦਈਏ ਜਿੱਥੇ ਉਹ ਸਾਡੀ ਕਮਾਈ ਜਿਹੜੀ ਹੈ ਵਿਅਰਥ ਲੱਗ ਜਾਏ ਜਾਂ ਕਿਸੇ ਇਹੋ ਜਿਹੇ ਮਾੜੇ ਕੰਮ ਤੇ ਲੱਗ ਜਾਏ, ਤੇ ਸ਼ਾਇਦ ਉਹ ਉੱਪਰ ਵਾਲੇ ਨੂੰ ਵੀ ਨਾ ਮਨਜ਼ੂਰ ਹੋਵੇ। ਇਸ ਕਰਕੇ ਸਾਨੂੰ ਇਹ ਵੀ ਉਹ ਪਰਮਾਤਮਾ ਹੀ ਜੇ ਬੁੱਧ ਦੇਵੇਗਾ, ਸਾਡਾ ਗੁਰੂ ਸਾਨੂੰ ਬੁੱਧ ਦੇਵੇਗਾ। ਬੁੱਧ ਤਾਂ ਉਹਨੇ ਦਿੱਤੀ ਹੈ ਗੁਰਬਾਣੀ ਦੇ ਵਿੱਚ ਵੀ ਤੁਸੀਂ ਦਾਨ ਕਿੱਥੇ ਕਰਨਾ ਹੈ, ਪਰ ਅਸੀਂ ਜੇ ਉਹ ਸਮਝ ਲਈਏ ਜਾਂ ਸਾਡੀ ਸਮਝ ਦੇ ਵਿੱਚ ਆ ਜਾਏ, ਫਿਰ ਅਸੀਂ ਉਹ ਸਮਝ ਕੇ ਜਿਹੜਾ ਦਾਨ ਕਰੀਏ। ਦਾਨ ਨਹੀਂ ਮੈਂ ਕਹਿ ਸਕਦਾ, ਉਹ ਆਪਣਾ ਦਸਵੰਧ ਜਿਹੜਾ ਸਾਨੂੰ ਉਹਨੇ ਦਿੱਤਾ ਹੈ ਉਹਨੂੰ ਸ਼ੇਅਰ ਕਰੀਏ ਦੂਸਰਿਆਂ ਨਾਲ, ਤੇ ਉਹ ਜ਼ਿਆਦਾ ਜਿਹੜਾ ਹੈ ਬੈਟਰ ਰਹੇਗਾ। ਮੇਰੀ ਸਮਝ ਦੇ ਮੁਤਾਬਕ ਤਾਂ ਇਹੀ ਹੈ। ਬਾਕੀ ਉਹ ਗੁਰੂ ਮਹਾਰਾਜ ਜਿਹੜੇ ਹਨ ਉਹ ਆਪ ਜਾਣਦੇ ਹਨ, ਤੇ ਮੇਰੇ ਤੋਂ ਵੱਡੇ ਵੱਡੇ ਗਿਆਨੀ ਧਿਆਨੀ ਜਿਨ੍ਹਾਂ ਨੇ ਆਪਣਾ ਜੀਵਨ ਇਸ ਲੇਖੇ ਲਾਇਆ ਹੈ, ਗੁਰਬਾਣੀ ਦਾ ਧਿਆਨ ਕਰਨ ਲੇਖੇ, ਉਹਨਾਂ ਨੂੰ ਜ਼ਿਆਦਾ ਸਮਝ ਹੈ। ਤੇ ਮੈਂ ਤਾਂ ਚਾਹਾਂਗਾ ਕਿ ਗੁਰੂ ਮਹਾਰਾਜ ਸਾਡੇ ਤੇ ਵੀ ਬਖਸ਼ਿਸ਼ ਕਰੇ, ਤੇ ਸਾਨੂੰ ਵੀ ਜਿਹੜਾ ਉਹ ਗਿਆਨ ਪ੍ਰਾਪਤ ਹੋਵੇ ਕਿ ਅਸੀਂ ਵੀ ਸੋਚ ਸਮਝ ਕੇ ਜਿਹੜਾ ਗੁਰੂ ਮਹਾਰਾਜ ਨੇ ਦਿੱਤਾ ਉਹਦੇ ਵਿੱਚੋਂ ਦੇ ਸਕੀਏ, ਤੇ ਚੰਗੇ ਲੇਖੇ ਲਾ ਸਕੀਏ, ਤੇ ਗੁਰੂ ਦੀ ਬਾਣੀ ਜਿਹੜੀ ਹੈ ਉਹਨੂੰ ਸਮਝ ਸਕੀਏ। ਇਹ ਮੇਰੀ ਉਮੀਦ ਹੈ। ਹਾਂਜੀ, ਬਹੁਤ ਸੋਹਣੀ ਗੱਲ ਵੀਰ ਜੀ। ਹਾਂਜੀ, ਸੋਹਣ ਸਿੰਘ ਵੀਰ ਜੀ, ਤੁਸੀਂ ਦੱਸੋ ਕਿ ਤੁਸੀਂ ਇਸ ਵਕਤ ਇੰਡੀਆ ਵਿੱਚ ਹੋ ਤੇ ਬਹੁਤ ਸਾਰੀਆਂ ਸੰਸਥਾਵਾਂ ਵੀ ਨੇ ਤੇ ਬਹੁਤ ਸਾਰੇ ਅਜਿਹੇ ਨਵੇਂ ਮਤਲਬ ਸੰਸਥਾਵਾਂ ਬਣ ਗਈਆਂ ਨੇ ਜਿਹੜੀਆਂ ਦਾਨ ਉਗਰਾਹੀ ਕਰਕੇ ਦਾਨ ਦੇ ਨਾਮ ਤੇ ਜਾ ਕੇ ਜ਼ਰੂਰਤਮੰਦ ਦੀ ਲੋੜ ਵਾਸਤੇ ਉਗਰਾਹੀ ਕਰ ਰਹੇ ਨੇ। ਉਗਰਾਹੀ ਹੀ ਕਹਾਂਗੇ ਆਪਾਂ ਕਿ ਕਲੈਕਸ਼ਨ ਕਰਦੀਆਂ ਨੇ ਤੇ ਆਪਣੀ ਫੋਟੋ ਖਿੱਚ ਕੇ ਪਾ ਰਹੇ ਨੇ। ਇਹ ਸਭ ਕਿਸ ਹੱਦ ਤੱਕ ਸਹੀ ਹੈ ਤੇ ਕਿਸ ਹੱਦ ਤੱਕ ਇਹਦਾ ਮਤਲਬ ਸੱਚਾਈ ਇਹਨਾਂ ਦੇ ਵਿੱਚ? ਜੀ ਦੋ ਗੱਲਾਂ ਨੇ, ਇੱਕ ਤੇ ਗੁਰਬਾਣੀ ਜਿਹੜੀ ਉਹ ਜੀਵਨ ਜਾਚ ਹੈ। ਸਭ ਤੋਂ ਪਹਿਲੀ ਗੱਲ ਉਹ ਜਿਹੜੀ ਜੀਵਨ ਜਾਚ ਵਿੱਚੋਂ ਹੀ ਅਸੀਂ ਸਿੱਖਣਾ ਕਿ ਜਿਹੜਾ ਸਾਡਾ ਦਸਵੰਧ ਹੈ ਉਹ ਕਿੱਥੇ ਲੱਗਣਾ ਚਾਹੀਦਾ। ਜਿਵੇਂ ਭਾਈ ਦਲੇਰ ਸਿੰਘ ਜੀ ਤੇ ਭਾਈ ਗੁਰਮੇਸ਼ ਸਿੰਘ ਜੀ ਨੇ ਹੁਣੇ ਗੱਲ ਕੀਤੀ ਹੈ ਕਿ ਸਾਡਾ ਦਸਵੰਧ ਕਈ ਵਾਰੀ ਅਗਿਆਨਤਾ ਵਸ ਉਹਨਾਂ ਲੋਕਾਂ ਦੇ ਹੱਥ ਵਿੱਚ ਜਾ ਰਿਹਾ ਜਿਹੜੇ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦਿੰਦੇ ਨੇ, ਜਿਹੜੇ ਜਾਣ ਬੁੱਝ ਕੇ ਜਾਂ ਅਣਜਾਣੇ ਉਹਨਾਂ ਵਿੱਚ ਉਹ ਝੂਠੀਆਂ ਸਾਖੀਆਂ ਸੁਣਾਉਂਦੇ ਨੇ। ਅਸਲ ਦੇ ਵਿੱਚ ਜਿਹੜੀ ਗੁਰਬਾਣੀ ਹੈ ਅਸੀਂ ਇਹਨੂੰ ਜੀਵਨ ਦੇ ਅੰਦਰ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ। ਇਸ ਕਰਕੇ ਮੈਂ ਇੱਥੇ ਇੱਕ ਹੋਰ ਐਗਜ਼ਾਮਪਲ ਦੇਣੀ ਚਾਹਾਂਗਾ। ਔਰੰਗਜ਼ੇਬ ਹਾਫਿਜ਼ੇ ਕੁਰਾਨ ਸੀ, ਔਰੰਗਜ਼ੇਬ ਨੂੰ ਕੁਰਾਨ ਜ਼ਬਾਨੀ ਕੰਠ ਸੀ, ਉਹ ਤੁਰਾ ਫਿਰਦਾ ਹੁੰਦਾ ਸੀ। ਕੁਰਾਨ ਦੀ ਹੀ ਇੱਕ ਉਹਦੇ ਚ ਕਿਹਾ ਗਿਆ ਕਿ ਲਾ ਇਕਰਾਹਾ ਫਿਦੀਨ, ਕਿ ਮਜ਼ਹਬ ਦੇ ਵਿੱਚ ਦੀਨ ਦੇ ਵਿੱਚ ਜ਼ਬਰਦਸਤੀ ਨਹੀਂ, ਮਤਲਬ ਕਿਸੇ ਦਾ ਮਜ਼ਹਬ ਜ਼ਬਰਦਸਤੀ ਨਹੀਂ ਬਦਲਵਾਇਆ ਜਾ ਸਕਦਾ। ਇਹ ਕੁਰਾਨ ਦਾ ਫਰਮਾਨ ਹੈ। ਪਰ ਔਰੰਗਜ਼ੇਬ ਕਰ ਕੀ ਰਿਹਾ ਸੀ? ਜ਼ਬਰਦਸਤੀ ਧਰਮ ਬਦਲਵਾ ਰਿਹਾ ਸੀ। ਇਹਦਾ ਮਤਲਬ ਹੈ ਔਰੰਗਜ਼ੇਬ ਦੀ ਜ਼ਿੰਦਗੀ ਕੁਰਾਨ ਨਹੀਂ ਬਣੀ ਸੀ। ਅੱਜ ਸਿੱਖ ਗੁਰਬਾਣੀ ਪੜ੍ਹਦਾ ਲੇਕਿਨ ਉਹਦੀ ਜ਼ਿੰਦਗੀ ਜਿਹੜੀ ਆ ਉਹ ਗੁਰਬਾਣੀ ਨਹੀਂ ਬਣੀ, ਜਦਕਿ ਸਤਿਗੁਰੂ ਦੀ ਬਾਣੀ ਇਹ ਫਰਮਾਉਂਦੀ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ। ਅਸੀਂ ਗੁਰਬਾਣੀ ਵਰਗੇ ਬਣਨਾ। ਜਿਵੇਂ ਹੁਣੇ ਭਾਈ ਦਲੇਰ ਸਿੰਘ ਜੀ ਨੇ ਕਿਹਾ ਅਕਲੀ ਕੀਤੇ ਦਾਨ, ਜਦੋਂ ਅਸੀਂ ਆਪਣਾ ਦਸਵੰਧ ਦੇਣਾ ਹੈ ਉਹ ਨਾਲ ਆਪਣੀ ਸਮਝ ਨਾਲ ਆਪਣੀ ਵਿਵੇਕ ਬੁੱਧ ਨਾਲ ਉਹਨਾਂ ਲੋਕਾਂ ਨੂੰ ਦੇਣਾ ਜਿਹੜੇ ਗਰੀਬ ਗੁਰਬੇ ਦੀ ਮਦਦ ਦੇ ਲਈ ਉੱਥੇ ਦਾਨ ਦੇਣ। ਇੱਕ ਅੰਗਰੇਜ਼ ਨੇ ਇੱਕ ਸੈਂਟੈਂਸ ਦੇ ਵਿੱਚ ਸਿੱਖ ਧਰਮ ਨੂੰ ਐਕਸਪਲੇਨ ਕਰ ਦਿੱਤਾ। ਉਹ ਲਿਖਦਾ ਫॉर ਗੁਰੂ ਨਾਨਕ no land was foreign and no man was alien। ਗੁਰੂ ਨਾਨਕ ਦੇ ਲਈ ਕੋਈ ਵੀ ਧਰਤੀ ਪਰਾਈ ਨਹੀਂ ਸੀ, ਵਿਦੇਸ਼ੀ ਨਹੀਂ ਸੀ, ਤੇ ਇਸ ਧਰਤੀ ਦੇ ਰਹਿਣ ਵਾਲਾ ਹਰੇਕ ਵਿਅਕਤੀ ਜਿਹੜਾ ਉਹ ਗੁਰੂ ਨਾਨਕ ਲਈ ਕੋਈ ਵੀ ਏਲੀਅਨ ਨਹੀਂ ਸੀ। no land was foreign, alien ਹੁੰਦੇ ਨੇ
ਤੇ ਇੰਦੂ ਭੂਸ਼ਣ ਬੈਨਰਜੀ ਤੋਂ ਵਧੀਆ ਕੋਈ ਬਿਆਨ ਨਹੀਂ ਕਰ ਸਕਦਾ। ਇਹ ਵੀ ਤਾਂ ਕਰਾਮਾਤ ਦੇਖਣੀ ਹੈ। ਇੰਦੂ ਭੂਸ਼ਣ ਬੈਨਰਜੀ ਕਹਿੰਦੇ ਹਾਂਜੀ ਦੇਖਣੀ ਆ। ਫਿਰ ਕਹਿੰਦਾ ਸਿੱਖ ਇਤਿਹਾਸ ਨੂੰ ਪੜ੍ਹ ਲੈ। ਗੁਰੂ ਨਾਨਕ ਨੇ ਜਿਸ ਮਿਸ਼ਨ ਨੂੰ ਆਰੰਭ ਕੀਤਾ ਸੀ, ਸਿੱਖ ਗੁਰੂ ਸਾਹਿਬਾਨ ਨੇ ਆਪਣਾ ਖੂਨ ਦੇ ਕੇ ਉਹਨੂੰ ਪ੍ਰਫੁੱਲਤ ਕੀਤਾ ਤੇ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਨੂੰ ਹਰਾ ਦਿੱਤਾ, ਉਹਨਾਂ ਨੂੰ ਨੇਸ ਤੋਂ ਨਬੂਦ ਕਰ ਦਿੱਤਾ। ਪਹਾੜ ਵੀ ਆਉਂਦੇ ਸੀ, ਜਮਰੌਦ ਦਾ ਕਿਲਾ ਵੀ ਬਣਾ ਦਿੱਤਾ। ਇਸ ਤੋਂ ਵੱਡੀ ਕਰਾਮਾਤ ਹੋ ਸਕਦੀ ਹੈ? ਜਿਸ ਧਰਤੀ ਦੇ ਲੋਕ ਮੌਤ ਤੋਂ ਡਰਦੇ ਸੀ, ਉਹਨਾਂ ਨੂੰ ਇਹ ਸਮਝਾ ਦਿੱਤਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਤੀਜੈ ਕਾਲ ਨਾ ਕੀਜੈ। ਅੱਜ ਫੇਰ ਦਾਸ ਸੋਹਣ ਸਿੰਘ ਖਾਲਸਾ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਆਪਣਾ ਦਸਵੰਧ ਸੋਚ ਸਮਝ ਕੇ ਜਿੱਥੇ ਵੱਧ ਤੋਂ ਵੱਧ ਲੋੜ ਆ ਉੱਥੇ ਦੇਵੋ, ਦਸਵੰਧ ਉੱਥੇ ਨਾ ਦਿੱਤਾ ਜਾਵੇ ਜਿਹੜੇ ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਤੇਲ ਦਿੰਦੇ ਨੇ, ਜਿਹੜੇ ਕਰਾਮਾਤੀ ਸਾਖੀਆਂ ਸੁਣਾ ਕੇ ਸਾਨੂੰ ਠੱਗਦੇ ਨੇ। ਗੁਰਬਾਣੀ ਜੀਵਨ ਜਾਚ ਹੈ, ਇਹਨੂੰ ਜ਼ਿੰਦਗੀ ਦੇ ਅੰਦਰ ਧਾਰਨ ਕਰਕੇ ਇਹਦੇ ਮੁਤਾਬਕ ਜਿਹੜੀ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ। ਸਿੱਖ ਨੂੰ ਜਦੋਂ ਸਤਿਗੁਰੂ ਸਾਹਿਬ ਨੇ ਸਮਝਾਇਆ, ਮੈਂ ਇੱਕ ਦੋ ਐਗਜ਼ਾਮਪਲਾਂ ਗੁਰਬਾਣੀ ਚੋਂ ਹੋਰ ਦੇ ਕੇ, ਗੁਰਬਾਣੀ ਦਾ ਫਰਮਾਨ ਹੈ, ਲਾਗ ਪਰੇ ਤੇਰੇ ਦਾਨ ਸਿਓ ਨਹੀਂ ਚਿੱਤ ਖਸਮਾਰੇ। ਅਸੀਂ ਉਸ ਪਰਮਾਤਮਾ, ਉਸ ਅੱਲਾਹ ਵਾਹਿਗੁਰੂ ਦੀਆਂ ਦਾਤਾਂ ਨਾਲ ਤੇ ਚਿੰਬੜੇ ਰਹਿੰਦੇ ਆ, ਪਰ ਉਹਨੂੰ ਚਿੱਤ ਵਿੱਚੋਂ ਭੁਲਾ ਦਿੰਦੇ ਆ। ਇਸ ਕਰਕੇ ਸਾਨੂੰ ਉਸ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਵੀ ਮੰਨਣਾ ਚਾਹੀਦਾ। ਕਹੋ ਕਬੀਰ ਸਭ ਸਾਰੰਗ ਪਾਣੀ, ਔਰ ਪਰ ਸਭ ਇੱਕੋ ਨਹੀਂ। ਕਬੀਰ ਸਾਹਿਬ ਫਰਮਾਉਂਦੇ ਨੇ ਵੀ ਇਸ ਲੋਕ ਵਿੱਚ ਤੇ ਦੂਜੇ ਲੋਕ ਦੇ ਵਿੱਚ ਇੱਕੋ ਹੀ ਧਨ ਨਹੀਂ ਆ, ਉਹ ਪਰਮਾਤਮਾ ਆ। ਅਸੀਂ ਸਾਰੇ ਜਿਹੜੇ ਉਹਦੇ ਤਰਸ ਦੇ ਪਾਤਰ ਆ, ਉਹ ਸਾਨੂੰ ਜੋ ਦਿੰਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਅਸੀਂ ਆਪਣਾ ਦਸਵੰਧ ਦੇਣਾ। ਉਹਦੇ ਚ ਮੇਰਾ ਕੁਛ ਨਹੀਂ, ਕਬੀਰ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸਭ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ। ਗੁਰਬਾਣੀ ਦੀ ਇੱਕ ਇੱਕ ਤੁਕ ਆਨੰਦਮਈ ਆ। ਜਦੋਂ ਅਸੀਂ ਜੀਵਨ ਦੇ ਅੰਦਰ ਧਾਰਨ ਕਰਾਂਗੇ ਤਾਂ ਹੀ ਅਸੀਂ ਸੱਚਿਆਰ ਸਿੱਖ ਬਣਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੱਚੀ ਬਾਣੀ ਕਲਿਆਣਕਾਰੀ ਹੈ। ਪਰ ਅੱਜ ਸੰਤਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ, ਜੇ ਸਿੱਖ ਸਿਧਾਂਤ ਸਮਝਣੇ ਨੇ ਮੂਲ ਮੰਤਰ ਤੋਂ ਲੈ ਕੇ ਜਪਜੀ ਸਾਹਿਬ, ਜਪਜੀ ਸਾਹਿਬ ਤੋਂ ਬਾਅਦ ਆਸਾ ਦੀ ਵਾਰ, ਆਸਾ ਦੀ ਵਾਰ ਤੋਂ ਬਾਅਦ ਸਿੱਧ ਗੋਸ਼ਟ, ਤੇ ਉਸ ਤੋਂ ਬਾਅਦ ਜੇ ਕਿਸੇ ਨੇ ਸਾਇੰਸ ਪੜ੍ਹਨੀ ਹੋਵੇ ਉਹ ਮਾਰੂ ਸੋਲੇ ਪੜ੍ਹ ਲਵੇ, ਤੇ ਇੱਦਾਂ ਹੀ ਦੱਖਣੀ ਓਂਕਾਰ। ਇਹ ਬਾਣੀਆਂ ਘੱਟੋ ਘੱਟ ਆਪਣੇ ਬੱਚਿਆਂ ਤੱਕ ਪਹੁੰਚਾਈਏ। ਮੈਂ ਇਸ ਕਰਕੇ ਕਹਿ ਰਿਹਾ, ਪੜ੍ਹਨੀ ਤੇ ਪੂਰੀ ਗੁਰਬਾਣੀ ਚਾਹੀਦੀ ਹੈ, ਸਮੁੱਚਾ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨਾ ਚਾਹੀਦਾ। ਪਰ ਕਿਉਂਕਿ ਸਾਡੇ ਬੱਚਿਆਂ ਕੋਲ ਸ਼ਾਰਟ ਟਾਈਮ ਹੈ, ਬੱਚਿਆਂ ਤੇ ਦੁਨਿਆਵੀ ਪੜ੍ਹਾਈ ਦਾ ਬਹੁਤ ਬੋਝ ਹੈ, ਇਹ ਚਾਰ ਬਾਣੀਆਂ ਸਾਡੇ ਅਸੀਂ ਘਰ ਘਰ ਜੇ ਨਹੀਂ ਪਹੁੰਚਾ ਸਕਦੇ ਤਾਂ ਮਤ ਸੋਚਿਓ ਕਿ ਅਸੀਂ ਸਿੱਖ ਪੈਦਾ ਕਰ ਸਕਦੇ ਹਾਂ। ਇਹ ਇਸ ਧਰਤੀ ਤੋਂ ਬਗੈਰ ਜਿੱਥੇ ਅਸੀਂ ਰਹਿ ਰਹੇ ਹਾਂ, ਇਸ ਤੋਂ ਬਗੈਰ ਜੇ ਕੋਈ ਹੋਰ ਧਰਤੀ ਵੀ ਹੋਵੇ, ਗੁਰਬਾਣੀ ਉਹਦਾ ਵੀ ਕਲਿਆਣ ਕਰ ਸਕਦੀ ਹੈ। ਇਹ ਜਿਹੜੀ ਹੈ 35 ਮਹਾਂਪੁਰਖਾਂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ। ਜਿਹੜਾ ਤੁਹਾਡਾ ਸਵਾਲ ਸੀ ਭੈਣ ਜੀ, ਸੋਚ ਸਮਝ ਕੇ ਆਪਣਾ ਦਸਵੰਧ ਉੱਥੇ ਦਿੱਤਾ ਜਾਵੇ ਜਿੱਥੇ ਮਨੁੱਖਤਾ ਦੇ ਲਈ ਕਲਿਆਣਕਾਰੀ ਹੋਵੇ। ਐਰੇ ਕਹਿੰਦੇ ਨੱਥੂ ਖੈਰੇ ਨੂੰ ਆਪਣਾ ਦਸਵੰਧ ਨਹੀਂ ਦੇਣਾ ਚਾਹੀਦਾ ਜੀ। ਬਿਲਕੁਲ ਬਿਲਕੁਲ ਵੀਰ ਜੀ, ਧੰਨਵਾਦ ਵੀਰ ਜੀ, ਬਹੁਤ ਸੋਹਣੀ ਤੁਸੀਂ ਵਿਆਖਿਆ ਕੀਤੀ। ਤੇ ਧੰਨਵਾਦ ਵੀਰ ਜੀ ਦਲੇਰ ਸਿੰਘ ਵੀਰ ਜੀ, ਗੁਰਮੇਲ ਸਿੰਘ ਵੀਰ ਜੀ, ਤੁਹਾਡਾ ਵੀ ਬਹੁਤ ਸੋਹਣਾ ਤੁਸੀਂ ਮਤਲਬ ਚਾਨਣਾ ਪਾਇਆ ਆਪਣੇ ਸਿੱਖ ਇਤਿਹਾਸ ਦਾਨ ਦੀ ਮਹੱਤਤਾ ਤੇ ਮੇਰੇ ਅਨੁਸਾਰ ਵੀ ਮੈਂ ਵੀ ਤੁਹਾਡੀ ਇਸ ਮਤ ਦੇ ਨਾਲ ਸਹਿਮਤ ਹਾਂ ਤੇ ਇਹੀ ਕਹਿੰਦੀ ਹਾਂ ਕਿ ਦਾਨ ਦੇਣ ਦੇ ਅਸੀਂ ਲਾਇਕ ਨਹੀਂ ਹੈਗੇ। ਭੇਟਾਂ ਅਸੀਂ ਉਸ ਮਹਾਰਾਜ ਦੇ ਦਿੱਤੇ ਹੋਏ ਜੋ ਸਾਨੂੰ ਦੇ ਰਿਹਾ, ਜੋ ਉਹਦੇ ਵਿੱਚ ਅਸੀਂ ਥੋੜੀ ਬਹੁਤੀ ਜੋ ਭੇਟਾ ਕੱਢਦੇ ਹਾਂ ਤੇ ਉਹਨੂੰ ਚੰਗੀ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ, ਜ਼ਰੂਰਤਮੰਦਾਂ ਦੀ ਮਦਦ ਵਿੱਚ। ਜਿੱਥੋਂ ਤੱਕ ਹੋ ਸਕੇ ਵਿਖਾਵੇ ਵਾਲਾ ਕੰਮ ਨਾ ਕੀਤਾ ਜਾਵੇ ਤਾਂ ਬਹੁਤ ਅੱਛਾ ਹੈ, ਤਾਂ ਕਿ ਜੋ ਮੇਰਾ ਵੀਰ ਭੈਣ ਕੋਈ ਲੋੜਵੰਦ ਜਿਹੜਾ ਮਦਦਗਾਰ ਦੀ ਮਦਦ ਲੈ ਰਿਹਾ, ਉਹਨੂੰ ਅੰਦਰੋਂ ਅੰਦਰ ਇਹ ਨਾ ਮਹਿਸੂਸ ਹੋਵੇ ਕਿ ਉਹ ਆਪਣੇ ਆਪ ਨੂੰ ਮਹਿਸੂਸ ਨਾ ਕਰੇ ਕਿ ਮੈਂ ਲੈ ਰਿਹਾ, ਉਹੀ ਮਹਿਸੂਸ ਕਰੇ ਕਿ ਮਾਲਕ ਨੇ ਇਹ ਮੈਸੇਂਜਰ ਮੇਰੇ ਤੱਕ ਭੇਜਿਆ ਜਾਂ ਇਹ ਦੇਣ ਕਰਤਾ ਮੇਰੇ ਤੱਕ ਭੇਜਿਆ, ਮਾਲਕ ਨੇ ਹੀ ਭੇਜਿਆ। ਉਹਨੂੰ ਅੰਦਰੋਂ ਪ੍ਰਾਊਡ ਫੀਲ ਹੋਵੇ, ਨਾ ਕਿ ਉਹਨੂੰ ਬੇਇੱਜ਼ਤੀ ਮਹਿਸੂਸ ਹੋਵੇ ਕਿ ਹਾਂਜੀ ਮੈਂ ਇੰਨਾ ਕੁ ਮਾੜਾ ਹੋ ਗਿਆ ਕਿ ਮੈਨੂੰ ਇਨਸਾਨ ਤੋਂ ਮੰਗਣਾ ਪੈ ਰਿਹਾ। ਸੋ ਅਸੀਂ ਉਸ ਮਾਲਕ ਦਾ ਇੱਕ ਜਰੀਆ ਹੀ ਹੈ, ਜਿਵੇਂ ਪੋਸਟ ਮਾਸਟਰ ਹੁੰਦੇ ਆ, ਸਾਡੀਆਂ ਚਿੱਠੀਆਂ ਇੱਕ ਦੂਜੇ ਤੱਕ ਪਹੁੰਚਾਉਂਦੇ ਆ, ਇਸੇ ਤਰ੍ਹਾਂ ਅਸੀਂ ਵੀ ਉਸ ਮਾਲਕ ਦੇ ਪੋਸਟਮੈਨ ਹੀ ਬਣ ਕੇ ਰਹੀਏ ਤਾਂ ਕਿ ਉਹਦੀ ਦਿੱਤੇ ਹੋਏ ਨੂੰ ਅਸੀਂ ਉਹਦੇ ਹੀ ਦੂਸਰੇ ਵਿੱਚ ਪਹੁੰਚਾ ਸਕੀਏ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੇ ਨਵੇਂ ਵਿਸ਼ੇ ਨੂੰ ਲੈ ਕੇ ਜਲਦੀ ਹੀ ਆਪਾਂ ਫੇਰ ਜੁੜਾਂਗੇ। ਇਸ ਵਕਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।